ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਨੰਬਰ 14। ਭਗਵਤ ਅਰਥ ਕਰਮ ਜਾਂ ਨਿਸ਼ਕਾਮ ਕਰਮ। ਪ੍ਰਭੂ ਦੇ ਨਿਮਿਤ ਸਭ ਕੰਮ ਕਰਨਾ ਮਨ ਦੀ ਨਿਰਮਲਤਾ ਦਾ ਇੱਕ ਵੱਡਾ ਸਾਧਨ ਹੈ। ਇਸੇ ਭਾਵ ਨੂੰ ਨਿਸ਼ਕਾਮ ਕਰਮ ਕਿਹਾ ਜਾਂਦਾ ਹੈ। ਗੁਰੂ ਮਹਾਰਾਜ ਨੇ ਵੀ ਕਿਹਾ ਨਾ, ਸੇਵਾ ਕਰ ਤੁਹੀ ਨਿਸ਼ਕਾਮੀ ਤਿਸ ਕੋ ਹੋਵਤ ਪ੍ਰਾਪਤ ਸੁਆਮੀ। ਕਿਉਂਕਿ ਇੱਕ ਤਾਂ ਕੁਕਰਮ ਕਰਦੇ ਆ, ਇੱਕ ਕੁਕਰਮ ਨਹੀਂ ਸਕਾਮ ਇੱਛਾ ਰਹਿਤ ਕਰਮ ਕਰਦੇ। ਚੋਰੀ ਜਾਰੀ ਮਿਥਿਆ ਇੱਕ ਕਰਮਾਂ 'ਚ ਆ ਜਾਂਦੇ ਆ। ਸਕਾਮ ਹੈਗੇ ਕੋਈ ਪੁੰਨ ਕਰਮ ਜਿਹੜੇ ਆ ਇੱਛਾ ਰੱਖ ਕੇ ਸਾਨੂੰ ਫਲਾਨੀ ਚੀਜ਼ ਮਿਲ ਜਾਏ। ਕੁਕਰਮ ਇਹੋ ਜਿਹਾ ਵੀ ਹੈ, ਕਈ ਭੂਤਾਂ ਪ੍ਰੇਤਾਂ ਦੇ ਮੰਤਰ ਸਿੱਧ ਕਰਕੇ ਦੋਏ ਦਾ ਬੁਰਾ ਕਰਨ ਵਾਲੇ ਕਰਦੇ ਆ। ਅਤੇ ਸਕਾਮ ਪੁੰਨਮਈ ਹੈ। ਇੱਥੇ ਦੇਵੀ ਦੇਵਤਿਆਂ ਦੀ ਪੂਜਾ ਜਾਂ ਸਵਰਗ ਦੀ ਇੱਛਾ ਨਾਲ। ਨਿਸ਼ਕਾਮ ਕੋਈ ਕਾਮਨਾ ਨਹੀਂ ਕਰਨੀ। ਕਰਮ ਕਰਤ ਹੋਵੇ ਨਿਸ਼ਕਰਮ ਤਿਸ ਵੈਸਨੂੰ ਕਾ ਨਿਰਮਲ ਧਰਮ। ਇਸ ਨਾਲ ਕਰਮ ਬੰਧਨ ਦਾ ਕਾਰਨ ਨਹੀਂ ਬਣਦੇ। ਕਰਮਾਂ ਦੇ ਨਾ ਕਰਨ ਨਾਲ ਨਿਸ਼ਕਰਮਤਾ ਨਹੀਂ ਮਿਲਿਆ ਕਰਦੀ, ਸਗੋਂ ਨਿਸ਼ਕਾਮ ਕਰਮ ਕਰਨ ਨਾਲ ਹੀ ਮਿਲਿਆ ਕਰਦੀ ਹੈ। ਨਿਸ਼ਕਾਮਤਾ ਦਾ ਅਰਥ ਹੈ ਕਿਸੇ ਕੰਮ ਵਿੱਚ ਆਨਤਾ ਅਤੇ ਫਲ ਦੀ ਇੱਛਾ ਨਾ ਹੋਣਾ, ਕੋਈ ਹੰਕਾਰ ਵਾਲਾ ਭਾਵ ਨਾ ਹੋਣਾ, ਵੀ ਇਹ ਨਹੀਂ ਇੱਛਾ ਮੈਨੂੰ ਆਹ ਮਿਲੇ ਜਾਂ ਉਹ ਮਿਲੇ। ਇਸ ਲਈ ਨਿਸ਼ਕਾਮ ਕਰਮ ਉਹ ਕਰਮ ਹੁੰਦਾ ਹੈ ਜਿਸ ਵਿੱਚ ਕਰਤਾ ਪੁਣਾ ਨਾ ਹੋਵੇ, ਵੀ ਮੈਂ ਕੀਤਾ ਇਹ ਨਾ ਹੋਵੇ। ਮਨੁੱਖ ਕੇਵਲ ਕਰਮ ਕਰੇ ਪਰ ਉਸ ਦੇ ਫਲ ਦੀ ਇੱਛਾ ਨਾ ਕਰੇ। ਉਸ ਕਰਮ ਵਿੱਚ ਕਿਸੇ ਪ੍ਰਕਾਰ ਦੀ ਆਸਕਤੀ ਨਾ ਹੋਵੇ, ਪਕੜ ਨਾ ਹੋਵੇ, ਅਤੇ ਉਹ ਕਰਮ ਨਿਸਵਾਰਥ ਭਾਵ ਨਾਲ ਕੀਤਾ ਜਾਵੇ। ਕੋਈ ਸਵਾਰਥ ਨਾ ਹੋਵੇ, ਆਸਕਤੀ ਮਾਨੇ ਪਕੜ। ਇਸ ਕਰਕੇ ਕੋਈ ਸਵਾਰਥ ਨਾ ਹੋਵੇ, ਮੈਨੂੰ ਆਹ ਮਿਲੇ ਜਾਂ ਨਾ ਮਿਲੇ। ਨਿਸਵਾਰਥ ਭਾਵ ਨਾਲ ਕੀਤਾ ਜਾਵੇ ਅਤੇ ਆਪਣਾ ਫਰਜ਼ ਸਮਝ ਕੇ ਕੀਤਾ ਜਾਵੇ ਅਤੇ ਦੂਜਿਆਂ ਦੀ ਭਲਾਈ ਦੇ ਲਈ ਕੀਤਾ ਜਾਵੇ ਅਤੇ ਉਹ ਕੰਮ ਪਰਮਾਤਮਾ ਨਿਮਿਤ ਕੀਤਾ ਜਾਵੇ। ਨਿਸ਼ਕਾਮ ਕਰਮ ਨਾਲ ਮਨੁੱਖ ਪੁੰਨ ਜਾਂ ਪਾਪ ਦਾ ਭਾਗੀ ਨਹੀਂ ਬਣਦਾ। ਇਸ ਨਾਲ ਮਨ ਨਿਰਮਲ ਹੋ ਕੇ ਮਨੁੱਖ ਗਿਆਨ ਅਤੇ ਮੋਕਸ਼ ਦਾ ਅਧਿਕਾਰੀ ਬਣਦਾ ਹੈ। ਭਗਵਤ ਅਰਪਣ ਕੰਮ ਕਰਨ ਨਾਲ ਕੋਈ ਬੁਰਾ ਕੰਮ ਵੀ ਨਹੀਂ ਹੋਵੇਗਾ, ਕਿਉਂਕਿ ਪਰਮਾਤਮਾ ਨੂੰ ਅਸੀਂ ਚੰਗੇ ਕੰਮ ਹੀ ਭੇਟਾ ਕਰਾਂਗੇ ਅਤੇ ਬੁਰੇ ਕੰਮ ਅਰਪਣ ਕਰਦੇ ਸਾਨੂੰ ਸ਼ਰਮ ਆਵੇਗੀ। ਅਸੀਂ ਕਰਮ ਕਰਨ ਤੋਂ ਪਹਿਲਾਂ ਸੋਚਾਂਗੇ ਇਹ ਕਰਮ ਭਗਵਾਨ ਨੂੰ ਭੇਟ ਕਰਨ ਯੋਗ ਹੈ ਜਾਂ ਨਹੀਂ। ਜੇਕਰ ਅਯੋਗ ਹੋਵੇਗਾ ਤਾਂ ਛੱਡ ਦੇਵਾਂਗੇ, ਕਿਉਂਕਿ ਸਧਾਰਨ ਤੋਂ ਸਧਾਰਨ ਮਨੁੱਖ ਨੂੰ ਵੀ ਕੋਈ ਵਸਤੂ ਭੇਟ ਕੀਤੀ ਜਾਂਦੀ ਹੈ ਤਾਂ ਉੱਤਮ ਤੋਂ ਉੱਤਮ ਵਸਤੂ ਹੀ ਭੇਟ ਕੀਤੀ ਜਾਂਦੀ ਹੈ, ਨਾ ਕਿ ਗੰਦੀ ਵਸਤੂ। ਇਸ ਲਈ ਭਗਵਾਨ ਨੇ ਅਰਜੁਨ ਨੂੰ ਕਿਹਾ ਸੀ ਕਿ ਸਭ ਕਰਮ ਮੇਰੇ ਅਰਪਣ ਕਰ। ਸਰ ਕਰਮ ਸਰਵ ਧਰਮਾਤ ਪਰਿਤਿਆਜ ਮਾਮ ਏਕ ਸ਼ਰਨ ਬ੍ਰਜ। ਇਹ ਸਾਰੇ ਕਰਮ ਧਰਮ ਤਿਆਗ ਕੇ ਇੱਕ ਮੇਰੀ ਸ਼ਰਨ ਵਿੱਚ ਆ ਜਾ। ਇਸ ਲਈ ਭਗਤ ਦਾ ਹਰ ਕਰਮ ਖਾਣਾ ਪੀਣਾ ਸੋਣਾ ਧਨ ਕਮਾਉਣਾ ਸੰਤਾਨ ਪਾਲਣਾ ਆਦਿ ਆਪਣੇ ਲਈ ਨਹੀਂ ਹੁੰਦਾ, ਭਗਵਾਨ ਦੇ ਲਈ ਹੁੰਦਾ ਹੈ। ਨਿਸ਼ਕਾਮ ਕਰਮ ਮਨ ਦੀ ਮੈਲ ਨੂੰ ਧੋਣ ਦਾ ਇੱਕ ਵੱਡਾ ਸਾਧਨ ਹੈ। ਇਸ ਵਿੱਚ ਪਰਮਾਤਮਾ ਤੇ ਦ੍ਰਿਸ਼ਟੀ ਬਣੀ ਰਹਿੰਦੀ। ਜੀ ਦਾ ਧਿਆਨ ਕੀਤਾ ਜਾਏ। ਉਪਕਾਰ ਕਰਨ ਨਾਲ ਹੀ ਦਿਲ ਦੀ ਸ਼ੁੱਧੀ ਹੁੰਦੀ ਹੈ। ਦਇਆ ਦਾ ਨਾਮ ਹੀ ਪਰਉਪਕਾਰ ਹੈ। ਦਇਆ ਬਿਨ ਸਿੱਧ ਕਸਾਈ। ਇਹ ਮਨ 'ਚ ਦਇਆ ਨਹੀਂ, ਉਹ ਤਾਂ ਕਸਾਈ ਵਾਂਗੂ ਜਾਣ ਲਓ। 100 ਜਗ ਦੇ ਪੁੰਨ ਦਾ ਫਲ ਹੀ ਪਰਉਪਕਾਰ ਦੀ ਬਰਾਬਰੀ ਨਹੀਂ ਕਰ ਸਕਦਾ। ਸੂਰਜ ਵਾਂਗ ਕਲਿਆਣਕਾਰੀ ਰਾਹ 'ਤੇ ਚੱਲੋ, ਦੂਸਰਿਆਂ ਨੂੰ ਪ੍ਰਕਾਸ਼ ਅਤੇ ਜੀਵਨ ਦਿਓ। ਜਿਵੇਂ ਸੂਰਜ ਹੈ, ਕਿਸੇ ਤੋਂ ਲੈਂਦਾ ਤਾਂ ਕੁਝ ਨਹੀਂ, ਪ੍ਰਕਾਸ਼ ਦਿੰਦਾ। ਇਸ ਤਰ੍ਹਾਂ ਬੰਦੇ ਦਾ ਜੀਵਨ ਚਾਹੀਦਾ ਹੈ। 15ਵਾਂ ਆਤਮਾ ਨਿਰੀਖਣ। ਇਹ ਚਿੱਤ ਸ਼ੁੱਧੀ ਦਾ ਇੱਕ ਵੱਡਾ ਉਪਾਅ ਹੈ। ਆਪਣੀ ਆਤਮਾ ਨੂੰ ਦੇਖਣਾ, ਨਿਰੀਖਣ, ਦੇਖਣਾ, ਪਰਖਣਾ। ਇਹ ਆਪਣਾ ਸਵੈ ਅਧਿਐਨ ਕਰਨਾ ਹੈ। ਆਪਣੇ ਆਪ ਨੂੰ ਪੜ੍ਹਨਾ
ਆਪਣੀ ਰੀਡਿੰਗ ਕਰਨੀ ਵੀ ਮੈਂ ਚੰਗਾ ਕਰ ਰਿਹਾ ਜਾਂ ਬੁਰਾ ਕਰਦਾ, ਬੁਰਾ ਛੱਡਣਾ, ਚੰਗਾ ਗ੍ਰਹਿਣ ਕਰਨਾ। ਜਦ ਅਸੀਂ ਆਪਣੇ ਅੰਦਰ ਵੱਲ ਝਾਕਾਂਗੇ ਤਾਂ ਸਾਨੂੰ ਆਪਣੇ ਗੁਪਤ ਦੋਸ਼ ਨਜ਼ਰ ਆਉਣ ਲੱਗਣਗੇ ਅਤੇ ਵਿਅਰਥ ਹੀ ਦੂਸਰਿਆਂ ਦੇ ਦੋਸ਼ ਛਾਂਟਦੇ ਫਿਰਨ ਵਾਲੇ ਆਪਣੇ ਦੋਸ਼ਾਂ ਨੂੰ ਦੂਰ ਕਰਨ 'ਤੇ ਲਾ ਦਿਓ। ਆਮ ਬੰਦੇ ਨੂੰ ਦੂਆਂ ਦੇ ਦੋਸ਼ ਦੇਖਦੇ ਰਹਿੰਦੇ, ਪਰ ਸਿਆਣਾ ਆਪਣੇ ਦੋਸ਼ ਦੇਖਦਾ। ਜਿਹੜੇ ਦੂਆਂ ਦੇ ਦੇਖਾਂਗੇ ਆਪਣਾ ਮਨ ਦੋਸ਼ਾਂ ਨਾਲ ਭਰ ਜਾਏਗਾ। ਫਿਰ ਉਹਲੇ ਨਫ਼ਰਤ ਹੋਊਗੀ, ਘਿਰਣਾ ਹੋਊਗੀ, ਈਰਖਾ ਹੋਏਗੀ। ਪਹਿਲਾਂ ਆਪਣਾ ਆਪ ਸੁਧਾਰ ਕਰੋ, ਫਿਰ ਦੂਸਰਿਆਂ ਨੂੰ ਸੁਧਾਰ ਕਰਨ ਦਾ ਯਤਨ ਕਰੋ। ਇਸ ਤੋਂ ਪਹਿਲਾਂ ਨਹੀਂ। ਦੂਸਰੇ ਦੀ ਆਂਖ ਦਾ ਤਿਣਕਾ ਵੀ ਸਾਨੂੰ ਨਜ਼ਰ ਆਉਂਦਾ ਹੈ, ਪਰ ਆਪਣੀ ਅੱਖ ਦਾ ਸਤੀਰ ਵੀ ਨਜ਼ਰ ਨਹੀਂ ਆਉਂਦਾ। ਜੋਕ ਨਾ ਬਣੋ ਜੋ ਖੂਨ ਚੂਸਦੀ ਹੈ। ਉਹ ਗੰਦਾ ਖੂਨ ਚੂਸਦੀ ਨਾ। ਜੋਕ ਵਾਂਗ ਲੋਕ ਲੋਕਾਂ ਦੇ ਗੰਦੇ ਔਗਣ ਦੇਖਦੇ ਰਹਿੰਦੇ, ਗ੍ਰਹਿਣ ਕਰਦੇ ਰਹਿੰਦੇ। ਸ਼ਹਿਦ ਦੀ ਮੱਖੀ ਬਣੋ ਜੋ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਦੀ ਹੈ। ਜਿੱਥੇ ਵੀ ਫੁੱਲ ਹੈ ਉੱਥੋਂ ਜਾ ਕੇ ਲਿਆ ਕੇ ਪਦਾਰਥ ਇੱਕ ਸੁੰਦਰ ਸ਼ਹਿਰ ਬਣਾ ਦਿੰਦੀ ਹੈ। ਗੁਣਗ੍ਰਾਹੀ ਬਣੋ, ਔਗਣਗ੍ਰਾਹੀ ਨਾ ਬਣੋ। ਗੁਣ ਗ੍ਰਹਿਣ ਕਰੋ, ਔਗਣ ਨਾ ਗ੍ਰਹਿਣ ਕਰੋ। ਇਸ ਨਾਲ ਦੇਹ ਦੋਸ਼ ਦ੍ਰਿਸ਼ਟੀ ਪੈਦਾ ਹੋ ਜਾਂਦੀ ਹੈ। ਜਿਹੜੇ ਔਗਣ ਗ੍ਰਹਿਣ ਕਰਾਂਗੇ ਨਾ, ਇਹ ਦੋਸ਼ ਦ੍ਰਿਸ਼ਟੀ ਹੋ ਜਾਂਦੀ ਹੈ ਅਤੇ ਮਨ ਵਿੱਚ ਬੁਰੇ ਸੰਸਕਾਰ ਪੈ ਜਾਂਦੇ ਹਨ ਅਤੇ ਐਸੇ ਮਨੁੱਖ ਨੂੰ ਗੁਣਵਾਨ ਬਣਨ ਦਾ ਮੌਕਾ ਹੀ ਨਹੀਂ ਮਿਲਦਾ, ਕਿਉਂਕਿ ਦੂਸਰੇ ਦੇ ਹਜ਼ਾਰਾਂ ਗੁਣਾਂ ਨੂੰ ਛੱਡ ਕੇ ਉਹਦੇ ਇੱਕ ਗੁਣ 'ਤੇ ਹੀ ਨਜ਼ਰ ਜਾਂਦੀ ਹੈ। ਜਿਵੇਂ ਕੀੜੀ ਸੁੰਦਰ ਤੋਂ ਸੁੰਦਰ ਮਹਿਲ ਵਿੱਚ ਵੀ ਸੁਰਾਖ ਹੀ ਲੱਭਦੀ ਹੈ। ਤੇੜ ਲਾਈਦੀ ਰਹਿੰਦੀ ਨਾ ਕੀੜੀ। ਇਸ ਲਈ ਆਪਣੇ ਦੋਸ਼ ਦੇਖੋ ਅਤੇ ਦੂਸਰੇ ਦੇ ਗੁਣ ਦੇਖੋ ਅਤੇ ਆਪਣੇ ਆਪ ਨਿਆਇਤੀ ਜੱਜ ਬਣ ਕੇ ਆਪਣੇ ਆਪ ਨੂੰ ਪਾਪਾਂ ਦਾ ਦੰਡ ਦਿਓ। ਨਿਆਇਤੀਸ਼ ਮੈਨੂੰ ਹੁੰਦਾ ਜੱਜ। ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰੋ। ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰਨਾ, ਗਲਤੀ ਮੰਨ ਕੇ ਉਹਨੂੰ ਨਾ ਕਰਨਾ, ਪਾਪ ਧੋਣ ਦਾ ਯਤਨ ਕਰੋ। ਇਹੀ ਖਿਆਲ ਕਰੋ ਕਿ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਇ। ਐਸਾ ਕਰਨ ਨਾਲ ਤੁਸੀਂ ਆਪਣੇ ਦੋਸ਼ਾਂ ਨੂੰ ਦੂਰ ਕਰ ਸਕੋਗੇ। ਜਿਹਨੇ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਜਿਹਨੇ ਐਸਾ ਕਰਕੇ ਬੁੱਝ ਲਿਆ ਉਹੀ ਕਹਿੰਦੇ ਸਾਡਾ ਮਿੱਤਰ ਹੈ। ਇਸ ਲਈ ਦੂਜੇ ਦੀ ਨਿੰਦਾ ਚੁਗਲੀ ਤੋਂ ਬਚੋ। ਨਿੰਦਕ ਦਾ ਮੂੰਹ ਕਾਲਾ। ਦੂਜੇ ਦੇ ਦੋਸ਼ ਦੇਖਣ ਦੀ ਬੁਰੀ ਆਦਤ ਤਦ ਛੁੱਟਦੀ ਹੈ ਜਦ ਮਨੁੱਖ ਆਪਣੇ ਦੋਸ਼ ਦੇਖਣ ਲੱਗੇ ਅਤੇ ਜਿਉਂ-ਜਿਉਂ ਉਹ ਉਹਨਾਂ ਦੋਸ਼ਾਂ ਨੂੰ ਸੱਚਮੁੱਚ ਦੋਸ਼ੀ ਮੰਨਦਾ ਜਾਏਗਾ, ਉਹ ਦੋਸ਼ ਦੂਰ ਹੁੰਦੇ ਜਾਣਗੇ। ਪਰ ਜੇਕਰ ਉਹ ਆਪਣੇ ਦੋਸ਼ਾਂ ਵਿੱਚ ਰਸ ਲੈਂਦਾ ਰਹੇਗਾ ਤਾਂ ਇਹਨਾਂ ਵਿੱਚ ਗੁਣ ਬੁੱਧੀ ਕਰ ਲਵੇਗਾ ਤਾਂ ਉਹਨਾਂ ਦੋਸ਼ਾਂ ਤੋਂ ਮੁਕਤ ਹੋਣਾ ਔਖਾ ਹੋ ਜਾਵੇਗਾ। ਜੋ ਬਿਮਾਰ ਆਪਣੇ ਆਪ ਨੂੰ ਬਿਮਾਰ ਨਾ ਮੰਨੇ, ਭਲਾ ਉਹ ਠੀਕ ਕਿਵੇਂ ਹੋਵੇਗਾ? ਮਨੁੱਖ ਵਿੱਚ ਗੁਣ ਵੀ ਹੁੰਦੇ ਹਨ ਅਤੇ ਉਹਨਾਂ ਗੁਣਾਂ ਦਾ ਜੋ ਅਭਿਮਾਨ ਹੈ ਉਹ ਵੀ ਦੋਸ਼ ਹੈ। ਹਾਂਜੀ, ਇਹ ਵੀ ਇੱਕ ਦੋਸ਼ ਹੈ। ਇਸ ਲਈ ਆਪਣੇ ਗੁਣਾਂ ਦੇ ਅਭਿਮਾਨ ਨੂੰ ਵੀ ਤਿਆਗ ਦਿਓ। ਮਨ ਦੇ ਕੰਮਾਂ ਦੀ ਦੇਖਭਾਲ ਕਰਦੇ ਰਹੋ। ਰਾਤ ਨੂੰ ਹਿਸਾਬ ਲਾ ਲਓ ਕਿ ਕਿਹੜੇ ਸ਼ੁਭ ਤੇ ਅਸ਼ੁਭ ਕਰਮ ਕੀਤੇ, ਸਰੀਰਕ, ਮਾਨਸਿਕ ਜਾਂ ਬਾਣੀ ਨਾਲ ਕਿਹੜੇ ਪਾਪ ਕੀਤੇ। ਫਿਰ ਰਸਨਾ ਨਾਲ ਨਿੰਦਿਆ ਤਾਂ ਨਹੀਂ ਹੋਈ, ਝੂਠ ਤਾਂ ਨਹੀਂ ਬੋਲਿਆ, ਪੈਰਾਂ ਨੂੰ ਖੋਟੇ ਪਾਸੇ ਤਾਂ ਨਹੀਂ ਗਏ, ਹੱਥਾਂ ਨਾਲ ਚੋਰੀ ਤਾਂ ਨਹੀਂ, ਸਰੀਰ ਨਾਲ ਜਾਰੀ ਕੋਈ ਪਾਪ ਤਾਂ ਨਹੀਂ ਕੀਤਾ। ਹਾਂਜੀ, ਬਾਣੀ ਨਾਲ ਕਿਹੜੇ ਪਾਪ ਕੀਤੇ ਹਨ? ਰਸਨਾ ਕਰਕੇ ਕੋਈ ਪਾਪ ਵਾਲਾ, ਹਾਂਜੀ, ਨਿੰਦਿਆ ਚੁਗਲੀ ਵਾਲਾ ਪਾਪ ਤਾਂ ਨਹੀਂ ਕੀਤਾ। ਹਿਸਾਬ ਕਰਕੇ ਸ਼ੁੱਧ ਬੁੱਧੀ ਨਾਲ ਇਸ ਦੀਆਂ ਗਲਤੀਆਂ ਸਮਝਾ ਦਿਓ ਅਤੇ ਉਸ ਤੋਂ ਛੁਟਕਾਰਾ ਪਾਉਣ ਦਾ ਸਾਧਨ ਦੱਸ ਦਿਓ। 16ਵਾਂ ਸੰਕੀਰਤਨ। ਹਾਂਜੀ, ਭਾਵ ਕੀ ਹੈ? ਪ੍ਰੇਮ ਨਾਲ ਹਰੀ ਦਾ ਜਸ ਕਰਨਾ। ਭਾਵ ਪ੍ਰੇਮ ਅਤੇ ਸ਼ਰਧਾ ਨਾਲ ਪਰਮਾਤਮਾ ਦੇ ਨਾਮ ਦਾ ਗਾਇਨ ਕਰਨਾ ਸੰਕੀਰਤਨ ਹੈ। ਇਸ ਨਾਲ ਸ਼ਕਤੀ ਮਿਲਦੀ ਹੈ ਅਤੇ ਮਨ ਸ਼ੁੱਧ ਹੁੰਦਾ ਹੈ। ਇਸ ਨਾਲ ਪਾਪ, ਵਾਸ਼ਨਾ, ਬੁਰੇ ਸੰਸਕਾਰਾਂ ਦਾ ਨਾਸ ਹੁੰਦਾ ਹੈ। 9 ਪ੍ਰਕਾਰ ਦੀ ਭਗਤੀ ਜੋ ਕੀਰਤਨ ਵੀ ਇੱਕ ਭਗਤੀ ਹੈ। ਹਿਰਦਾ ਪ੍ਰੇਮ ਅਤੇ ਭਗਤੀ ਨਾਲ ਭਰ ਜਾਂਦਾ ਹੈ। ਕੀਰਤਨ ਨਾਲ ਸਮਾਧੀ, ਹਾਂਜੀ, ਫਿਰ ਸਮਾਧੀ, ਹਾਂਜੀ, ਥਰੋ ਫੀਲਿੰਗ, ਇਸ ਤਰ੍ਹਾਂ ਇਹਦੇ ਨਾਲ ਆਪਣੇ ਆਪ ਅਨੁਭਵ ਹੋਣ ਲੱਗ ਜਾਂਦਾ ਹੈ। ਇਹ ਨਵਦਾ ਭਗਤੀ ਵਿੱਚੋਂ ਇੱਕ ਹੈ
ਕੀਰਤਨ ਆਤਮ ਦਰਸ਼ਨ ਦਾ ਇੱਕ ਆਸਾਨ ਉਪਾਅ ਹੈ। ਇਕਾਂਤ ਵਿੱਚ ਚਲੇ ਜਾਓ ਅਤੇ ਦਿਲ ਖੋਲ੍ਹ ਕੇ ਗਾਓ, ਮਨ ਦੀ ਸਭ ਮੈਲ ਧੋ ਹੋ ਜਾਵੇਗੀ। ਭਗਵਾਨ ਕਹਿੰਦੇ ਹਨ, ਜਿੱਥੇ ਮੇਰੇ ਭਗਤ ਮੇਰਾ ਨਾਮ ਦਾ ਗੁਣਗਾਨ ਕਰਦੇ ਹਨ, ਉੱਥੇ ਹੀ ਮੇਰਾ ਨਿਵਾਸ ਹੈ। 17 ਨਿਰਿਛਾ ਜਾਂ ਇੱਛਾ ਰਹਿਤ ਬਣਨਾ। ਮਨ ਰੂਪੀ ਜੰਗਲ ਵਿੱਚ ਸੰਕਲਪ ਰੂਪੀ ਦਰਖਤ ਹੈ। ਨਿਰਿਛਾ ਦੇ ਕੁਹਾੜੇ ਨਾਲ ਇਹਨਾਂ ਦੁੱਖਾਂ ਦੇ ਕੰਡੇਦਾਰ ਦਰਖਤਾਂ ਨੂੰ ਵੱਢ ਦਿਓ। ਸਭ ਵਾਸ਼ਨਾਵਾਂ ਦਾ ਤਿਆਗ ਹੀ ਸਰਬ ਤਿਆਗ ਕਹਾਉਂਦਾ ਹੈ। ਹਿਰਦੇ ਵਿੱਚ ਸੰਕਲਪ ਕਰਨੇ ਛੱਡ ਦਿਓ ਅਤੇ ਇਸ ਦਰਖਤ ਦੀ ਜੜ ਜਿਹੜੀ ਹੈ ਵੱਢਣੀ ਸ਼ੁਰੂ ਹੋ ਜਾਏਗੀ। ਇਸ ਕਰਕੇ ਇੱਥੇ ਲੱਲਾ ਪਹਿਲਾਂ ਚਾਹੀਦਾ ਸੀ ਅਤੇ ਪੱਪਾ ਬਾਅਦ 'ਚ ਮਿਸਪ੍ਰਿੰਟ ਹੋਇਆ, ਤਾਂ ਇਸ ਦਰਖਤ ਦੀ ਜੜ ਵੱਢਣੀ ਸ਼ੁਰੂ ਹੋ ਜਾਂਦੀ ਹੈ। ਚਿੱਤ ਹੀ ਸੰਸਾਰ ਦਾ ਕਾਰਨ ਹੈ, ਇਸ ਲਈ ਸਰਬ ਤਿਆਗ ਦਾ ਅਰਥ ਚਿੱਤ ਦਾ ਤਿਆਗ ਹੈ। ਅਹੰਕਾਰ ਹੀ ਚਿੱਤ ਹੈ, ਇਹੀ ਇਸ ਦਾ ਬੀਜ ਹੈ। ਦਿਲ ਵਿੱਚ ਅਹੰ ਭਾਵ ਹੋਣਾ ਹੀ ਚਿੱਤ ਹੈ। ਅਹੰਕਾਰ ਦਾ ਤਿਆਗ ਹੀ ਚਿੱਤ ਦਾ ਤਿਆਗ ਹੈ। ਇਸ ਦੇ ਤਿਆਗ ਦੀ ਹੀ ਵਿਧੀ ਇਹ ਹੈ ਕਿ ਹਰ ਸਮੇਂ ਇਹ ਖਿਆਲ ਰੱਖੋ ਕਿ ਸਭ ਜਗ੍ਹਾ ਗਿਆਨ ਸਰੂਪ ਆਤਮਾ ਹੀ ਹੈ। ਕਿਉਂਕਿ ਜਦੋਂ ਸਾਰਿਆਂ 'ਚ ਇੱਕ ਆਤਮਾ ਨੂੰ ਦੇਖਦੇ ਹਾਂ ਅਤੇ ਫਿਰ ਬੈਰ ਵਾਲੀ ਭਾਵਨਾ ਜਾਂ ਈਰਖ ਵਾਲੀ ਬਿਰਤੀ ਤਾਂ ਰਹਿੰਦੀ ਨਹੀਂ। ਅਤੇ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਮਹਾਂਪੁਰਖ ਉਹਨਾਂ ਨੂੰ ਗਿਆਨ ਨਹੀਂ ਕਿ ਇਹ ਮਾੜਾ ਹੈ ਜਾਂ ਚੰਗਾ ਹੈ। ਗਿਆਨ ਹੁੰਦਾ ਹੈ ਆਪਣੀ ਆਤਮਾ ਨੂੰ ਉਹ ਸ਼ੁੱਧ ਰੱਖਣ ਲਈ ਨਾ, ਦੂਏ ਦੇ ਜਿਹੜੇ ਔਗਣ ਆ ਉਹ ਨਹੀਂ ਦੇਖਦੇ ਹੈਗੇ। ਹਾਂਜੀ, ਜਿਵੇਂ ਹੁਣ ਫੁੱਲ ਗ੍ਰਹਿਣ ਕਰਨਾ ਕੰਡੇ ਨੇ, ਇਸ ਵਾਸਤੇ ਆਤਮਾ ਵਿਆਪਕ ਹੈ, ਜਿਹੜਾ ਮੇਰਾ ਆਪਣਾ ਸਰੂਪ ਆ। ਆਪਣਾ ਤਾਂ ਬੁਰਾ ਨਹੀਂ ਨਾ ਕੋਈ ਕਰਦਾ। ਇਸ ਵਾਸਤੇ ਆਦਮੀ ਅਹੰਕਾਰ ਆਦਮੀ, ਪਰ ਆਦਮੀ ਨਫੀ ਅਹੰਕਾਰ ਬਰਾਬਰ ਹੈ। ਇਸ ਕਰਕੇ ਜਿਹੜਾ ਆਦਮੀ ਅਤੇ ਪਲੱਸ ਅਹੰਕਾਰ ਅਤੇ ਬਣ ਗਿਆ ਆਦਮੀ। ਪਰ ਆਦਮੀ ਨਫੀ ਜਦੋਂ ਕਰ ਦਈਏ ਫਿਰ ਹੰਕਾਰ ਬਰਾਬਰ ਹੈ। ਫਿਰ ਹੰਕਾਰ ਵਾਲੀ ਗੱਲ ਤਾਂ ਹੁੰਦੀ ਨਹੀਂ ਪਰਮਾਤਮਾ ਦੀ। ਇਸ ਲਈ ਸਰਬ ਤਿਆਗ ਭਾਵ ਨਿਰਇੱਛਾ ਦੀ ਬੇੜੀ 'ਤੇ ਸਵਾਰ ਹੋ ਕੇ ਹੀ ਇਹ ਸੰਸਾਰ ਸਾਗਰ ਤੋਂ ਪਾਰ ਹੋ ਸਕਦੇ ਹਨ। ਕੇਵਲ ਸਭ ਵਸਤੂਆਂ ਦੇ ਤਿਆਗ ਨੂੰ ਸਰਬ ਤਿਆਗ ਨਹੀਂ ਕਹਿੰਦੇ। ਮਨ ਨਾਲ ਵਸਤੂਆਂ ਦਾ ਤਿਆਗ ਅਸਲੀ ਤਿਆਗ ਹੈ। ਮਨ ਵਿੱਚ ਹੀ ਕੋਈ ਇੱਛਾ ਨਾ ਰਹੇ। ਜੇਕਰ ਵਾਸ਼ਨਾ ਜਾਂ ਇੱਛਾ ਦਾ ਚਿੰਨ੍ਹ ਮਾਤਰ ਵੀ ਬਾਕੀ ਰਹਿ ਜਾਵੇਗਾ ਤਾਂ ਭਗਵਾਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਵੇਂ ਧਾਗੇ ਵਿੱਚ ਜਰਾ ਜਿੰਨੀ ਵੀ ਗੰਢ ਪਈ ਹੋਵੇ ਤਾਂ ਉਹ ਸੂਈ ਦੇ ਛੇਕ ਵਿੱਚ ਨਹੀਂ ਪਾਇਆ ਜਾ ਸਕਦਾ। ਕਾਮਨੀ ਕੰਚਨ ਵਾਸ਼ਨਾ ਤੋਂ ਰਹਿਤ ਮਨ ਹੀ ਈਸ਼ਵਰ ਨਾਲ ਮਿਲ ਸਕਦਾ ਹੈ। ਕਾਮਨੀ ਇਸਤਰੀ ਕੰਚਨ ਸੋਨਾ, ਇਹਨਾਂ ਦੀ ਵਾਸ਼ਨਾ ਤੋਂ ਰਹਿਤ ਮਨ ਜਿਹੜਾ ਈਸ਼ਵਰ ਨੂੰ ਮਿਲਦਾ ਹੈ। ਇਸ ਲਈ ਜਿੱਥੇ ਤੱਕ ਹੋ ਸਕੇ ਜ਼ਰੂਰਤਾਂ ਨੂੰ ਘੱਟ ਕਰੋ। ਸੁੱਖ ਇਛਾਵਾਂ ਦੇ ਪੂਰਾ ਕਰਨ ਵਿੱਚ ਨਹੀਂ, ਸਗੋਂ ਇਹਨਾਂ ਦੇ ਤਿਆਗ ਵਿੱਚ ਹੈ। ਅਤੇ ਬੰਦਾ ਲੱਗਾ ਮੇਰਾ ਆਹ ਵੀ ਹੋ ਜਾ, ਆਹ ਵੀ ਹੋ ਜਾ, ਉਹ ਜਿੰਨਾ ਵਧਾਈ ਜਾਂਦਾ ਉਨੇ ਮਨ ਚੰਚਲ ਹੋਈ ਜਾਂਦਾ। 18 ਪ੍ਰਤੀ ਪਕਸ਼ ਕੀ ਭਾਵਨਾ। ਚਿੱਤ ਵਿੱਚ ਰਾਗ ਦਵੇਸ਼ ਆਦਿ ਮੈਲ ਰਹਿਣ ਨਾਲ ਚਿੱਤ ਸਥਿਰ ਨਹੀਂ ਰਹਿੰਦਾ। ਮਹਾਂਰਿਸ਼ੀ ਪਤੰਜਲੀ ਚਿੱਤ ਸ਼ੁੱਧੀ ਦਾ ਉਪਾਅ ਦੱਸਦੇ ਹਨ ਕਿ ਸੂਹੀ ਆਦਮੀਆਂ ਨਾਲ ਮਿੱਤਰਤਾ ਦੀ ਭਾਵਨਾ, ਦੁਖੀਆਂ ਨਾਲ ਦਇਆ ਦੀ ਭਾਵਨਾ, ਪੁੰਨ ਆਤਮਾ ਵਿੱਚ ਪ੍ਰਸੰਨਤਾ ਦੀ ਭਾਵਨਾ ਅਤੇ ਪਾਪੀਆਂ ਵਿੱਚ ਖੇਮਾ ਦੀ ਭਾਵਨਾ, ਕਰਨ ਵਿੱਚ ਦਇਆ ਦੀ ਭਾਵਨਾ, ਪੁੰਨ ਆਤਮਾ ਵਿੱਚ ਪ੍ਰਸੰਨਤਾ ਦੀ ਭਾਵਨਾ, ਪਾਪੀਆਂ 'ਚ ਖੇਮਾ ਦੀ ਭਾਵਨਾ ਕਰਨ ਨਾਲ ਚਿੱਤ ਦੇ ਦਵੈਸ਼, ਘਿਰਣਾ, ਈਰਖਾ ਅਤੇ ਕ੍ਰੋਧ ਆਦਿਕ ਮੈਲਾਂ ਦਾ ਨਾਸ ਹੋ ਕੇ ਚਿੱਤ ਸ਼ੁੱਧ ਨਿਰਮਲ ਹੋ ਜਾਂਦਾ ਹੈ। ਇਸ ਵਾਸਤੇ ਕਿਉਂਕਿ ਫਿਰ ਚਿੱਤ ਜਿਹੜਾ ਨਾ ਉਹ ਨਿਰਮਲ ਪਵਿੱਤਰ ਹੋ ਜਾਂਦਾ ਹੈ। ਇਸ ਲਈ ਮਨ ਵਿੱਚ ਜਦ ਕਦੇ ਵੀ ਬੁਰਾ ਵਿਚਾਰ ਆਵੇ ਤਾਂ ਉਹਦੇ ਮੁਕਾਬਲੇ ਚੰਗਾ ਵਿਚਾਰ ਮਨ ਵਿੱਚ ਲਿਆ ਕੇ ਬੁਰੇ ਵਿਚਾਰ ਨੂੰ ਮਾਰ ਭਜਾਓ। ਜਿਵੇਂ ਮੋਹ ਦੀ ਫੌਜ ਨੂੰ ਸੰਸਾਰ ਦੀ ਅਸਾਰਤਾ ਅਤੇ ਵਿਚਾਰ ਦੀ ਫੌਜ ਨਾਲ, ਕਾਮ ਨੂੰ
हाँ जी अपने भोगां नूं लत मारन वाले और मनुखां दा ख्याल करन नाल हंकार नूं निमरता नाल, क्रोध नूं खेमा नाल अते लोभ नूं संतोख दे विचार नाल दूर कर सकदे हां। जदों कदी कोई काम बिगड़ जावे तां किसे तो कोई वस्तु टुट जावे तां क्रोध ना करो, सो खेमा दे विचार नाल क्रोध ते जित पाओ। एक 4 आने दी प्याली तां टुट गई, पर लखां रुपयां दा दिल क्यों तोड़ दिंदे हो। हाँ जी कुत्ते ने तां एक रोटी ने चुक लई, पर आपने डंडा, हाँ जी डंडा जिहड़ा सी ना चुकिया अते मार के उसकी कमर तोड़ दी। हाँ जी हुण तो एक रोटी चुकी सी ना ते डंडा मार के उसदा लत्ते ही भंन दिता। ये कित्थों दी सियाणप है। उस समय सहन शक्ति अते खेमा तो काम लो तां आप आसानी नाल अपने मन ते जित पा सकोगे। किस नाल अपराध नहीं हो, किस नाल अपराध नहीं हो जाता। मनुख गलतियां दा पुतला है, मतलब किस कितों भी अपराध नहीं, बड़ा बड़ा बंदे गलतियां कर जाते। इस पूर्ण जगत विच एक परमात्मा ही पूर्ण है। ऐसा विचार करने नाल आप नूं क्रोध नहीं आवेगा। जब मन में बुरे विचार आउण तां बैठ के प्राणायाम करो, बुरे विचार भज जाणगे। मन नूं सदा प्रसन्न रखण नाल मन जल्दी बस विच आ जाता है। ऐसा ना करो कि नौकर या पत्नी तो कोई गलती हो गई तो उसनूं गालां कढ़ण लग पो जां अपना दिल साड़ लवो। परमात्मा नूं हाँ जी कहंदे हो सत चित आनंद, पर आप बनो ही क्रोधी बावा। हाँ जी आनंद स्वरूप ना मिलना है तां आनंद स्वरूप बनो, क्योंकि समान का मिल समान दे नाल हो सकता। क्यों बराबर की चीज़ बराबर ना मिलती ना। सदा मधुर वचन बोलो, मिठे वचन बोलो, इस नाल अपना मन शांत रहिंदा है अते दूसरे नूं भी शीतल करते हैं। जिहड़े ऐसे लोग है 19वां मन नूं बेला ना रहन देना। मन नूं जितण दा वधिया उपाय है किनूं किसी न किसी बिहार च ला छड्डो। मन भूत की तरह चंचल है, जद इस नूं कोई काम ना होवे तां नुकसान पहुँचाउंदा है। खाली बैठा है शैतानी सूझे, बेकार नालों बेगार भली है। जी बेकार बेले बैठण नूं कोई ना कोई काम करते रहो। इसलिए मन भूत नूं तां किसी न किसी काम हाँ जी दा बांस गढ़ दिओ तां कि इस ते चढ़दा उतरदा रहे अते फिर बस विच रहे। इसलिए इसनूं तां स्वै अध्ययन कोई ग्रंथ पढ़न चलाओ है, सेवा कीर्तन ध्यान जप सत्संग आदि किसी न किसी काम विच लाई रखो। क्योंकि कहते हैं काम किया कर और नहीं ते पजामा उधेड़ कर सिया कर। जे बाबा बीरमदास ਸੀ ना ਉਹਨੇ ਬਾਣ ਦੇ ਗੋਲੇ ਰੱਖੇ ਹੁੰਦੇ ਸੀ, ਜਾਂ ਦੇੜੀ ਜਾਣੇ ਜਾਂ ਖੋਲੀ ਜਾਣੇ। ਤੇ ਕਈ ਵਾਰੀ ਮਹਾਰਾਜ ਹਰ ਖੁੱਲ ਚੱਲ ਜਾਣਾ, ਜੇ ਉਹ ਅਧੇੜਦੇ ਸੰਤਾਂ ਨੇ ਇਕੱਠੇ ਕਰੀ ਜਾਣੇ, ਜੋ ਇਕੱਠੇ ਕਰਦੇ ਸੰਤਾਂ ਨੇ ਅਧੇੜੀ ਜਾਣੇ। ਮਤਲਬ ਆਪਣੇ ਮਨ ਨੂੰ ਹਾਂਜੀ ਲਾ ਛੱਡਣਾ। 20 ਸਾਧਨਾ ਦਾ ਅਭਿਆਸ। ਬੱਕਰੀ ਵਰਗਾ ਮਨ ਜਾਂ ਬੇਸਪਾ ਵਰਗਾ ਦਿਲ ਰੱਖੋ। ਬੱਕਰੀ ਥੋੜ੍ਹੀ ਦੇਰ ਘਾਹ ਖਾ ਕੇ ਇੱਕ ਥਾਂ ਛੱਡ ਕੇ ਦੂਜੀ ਥਾਂ ਘਾਹ ਖਾਣ ਲੱਗ ਪੈਂਦੀ ਹੈ, ਪਰ ਪਹਿਲੇ ਥਾਂ ਘਾਹ ਬਹੁਤਾ ਵੀ ਹੋਵੇ। ਇਸ ਤਰ੍ਹਾਂ ਨਾ ਕਰੋ ਹੈਂ। ਇੱਕ ਹੀ ਰਸਤੇ 'ਤੇ ਚਲੋ, ਇੱਕ ਹੀ ਗੁਰੂ ਦੇ ਪਿੱਛੇ ਚਲੋ, ਇੱਕ ਹੀ ਸਾਧਨ ਦਾ ਅਭਿਆਸ ਕਰੋ। ਕਦੀ ਕੋਈ ਸਾਧਨ ਕਦੀ ਕੋਈ ਸ਼ੁਰੂ ਕਰ ਦਿੱਤਾ, ਐਸਾ ਨਾ ਕਰੋ। ਕਈ ਇਹ ਨਾ ਪੁੱਛੀ ਜਾਂਦੇ ਆ ਕਿਵੇਂ ਕਰੀਏ, ਉਹ ਕਿਹੜਾ ਮੰਤਰ ਜਪੀਏ ਜੀ, ਉਹ ਫਿਰ ਕਿਸੇ ਪਾਸੇ ਨਹੀਂ ਲੱਗਦੇ। ਫਿਰ ਜਿਹੜਾ ਸਾਧਨ ਕਰਦੇ ਲੱਗੇ ਰਹੋ। ਹਾਂਜੀ ਹੁਣ ਤੁਰੇ ਚਲਾਂਗੇ ਇੱਕ ਰਸਤੇ, ਫਿਰ ਹੌਲੀ ਹੌਲੀ ਉਹ ਬਾਟ ਮੁੱਕਦੀ ਜਾਂਦੀ। ਅਤੇ ਜੇ ਪੱਗ ਡੰਡੀਆਂ ਬਦਲੀ ਚਲਾਂਗੇ ਤਾਂ ਰਸਤਾ ਤਾਂ ਮੁੱਕਣਾ ਹੀ ਨਹੀਂ। 2-2 ਫੁੱਟ ਦੇ 50 ਟੋਏ ਪੁੱਟਣ ਨਾਲ ਪਾਣੀ ਨਹੀਂ ਮਿਲੇਗਾ। ਇੱਕ ਹੀ ਥਾਂ 'ਤੇ 50 ਫੁੱਟ ਗਹਿਰਾ ਟੋਆ ਪੁੱਟੋਗੇ ਤਾਂ ਪਾਣੀ ਮਿਲ ਜਾਏਗਾ। ਇਸ ਲਈ ਆਪਣੇ ਲਈ ਇੱਕ ਸਾਧਨ ਪੱਕੀ ਤਰ੍ਹਾਂ ਕਰ ਲਓ ਅਤੇ ਉਸ ਦਾ ਅਭਿਆਸ ਕਰੋ।
ਹੁਣ ਆਪਣੇ ਡੇਰੇ ਵਾਲੇ ਨਾ ਬਾਬੇ ਵਾਲ ਸੁਣੀ, ਜਗਾ ਸੁਣੀ, ਜਨਕ ਸਿੰਘ, ਇਹ ਮੈਲੀ ਮਾਤਾ ਜੀ ਦੇ ਦਰਸ਼ਨ ਨੂੰ ਜਾਣ ਦਾ ਮਨ ਬਣਾ ਲਿਆ। ਅਤੇ ਮਾਤਾ ਜੀ ਜੀਵਾ ਸ਼ਾਹ ਜੀ ਅੰਤਰਜਾਮੀ ਸੀਗੇ, ਉਹਨੇ ਉਦੋਂ ਹੀ ਸੇਵਾਦਾਰ ਪਹਿਲਾਂ ਹੀ ਭੇਜਤਾ, ਇੱਥੇ ਮੇਰੇ ਕੋਲ ਨਹੀਂ ਆਉਣਾ, ਅਤੇ ਮਹਾਰਾਜ ਨੇ ਜਿਹੜੀਆਂ ਤੁਹਾਡੀਆਂ ਸੇਵਾ ਲਾਈਆਂ ਉਹ ਕਰੋ, ਉਹਦੇ 'ਚ ਤੁਹਾਡਾ ਭਲਾ ਆ, ਜਿਹੜੇ ਜਿਹੜੇ ਪਹਿਰੇ ਲਾਏ ਉਹ ਕਰੋ, ਪਹਿਲਾਂ ਹੀ ਭੇਜਤਾ। ਅਤੇ ਇਸ ਕਰਕੇ ਵੀ ਮਤਲਬ ਜਿੱਥੇ ਲੱਗੇ ਰਹੋ, ਹੌਲੀ ਹੌਲੀ ਫਿਰ ਮਜਲ ਮਿਲ ਜਾਂਦੀ ਹੈ। ਉਦੋਂ ਜਾਣਾ ਸੀ ਨਾ ਕੈਨੇਡਾ ਨੂੰ, ਅਤੇ ਉਹ ਐਕਸੀਡੈਂਟ ਸੀ, ਅਸੀਂ ਤਾਂ ਤੁਰੇ ਰਹੇ, ਅਤੇ ਭਾਈ ਜੀ ਸਾਹਮਣੇ ਬੈਠੇ, ਦੂਜਾ ਭਾਈ ਜੀ ਬੁਲਾ ਚਲ ਗਿਆ, ਪਹਿਲਾਂ ਪਕੌੜੇ ਖਾਂਦੇ ਰਹੇ, ਇਹਨੇ ਫਿਰ ਰਾਹ ਬਦਲ ਲਿਆ, ਅਸੀਂ ਤਾਂ ਏਅਰਪੋਰਟ ਪਹੁੰਚ ਗਏ, ਪਹੁੰਚੇ ਨਾ, ਫਿਰ ਜਦ ਉਹਨੂੰ ਫਲਾਈਟ ਨਿਕਲ ਗਈ। ਅਤੇ ਇਸ ਤਰ੍ਹਾਂ ਫਿਰ ਜਿਹੜੇ ਰਸਤਾ ਬਦਲੀਏ ਬੰਦਾ ਪਹੁੰਚਦਾ ਨਹੀਂ ਨਾ ਕਿਤੇ ਵੀ। ਇਸ ਕਰਕੇ ਮਹਾਰਾਜ ਕਹਿੰਦੇ ਆ, ਇਸ ਲਈ ਆਪਣੇ ਲਈ ਇੱਕ ਸਾਧਨਾ ਪੱਕੀ ਕਰ ਲਓ ਅਤੇ ਉਸ ਦਾ ਅਭਿਆਸ ਕਰੋ। ਪਰ ਚੰਚਲ ਮਨ ਇੱਕ ਗੁਰੂ ਤੋਂ ਦੂਜੇ ਗੁਰੂ ਕੋਲ ਜਾਂਦਾ, ਕਦੀ ਕਿਸੇ ਕੋਲ ਚਲੇ ਗਿਆ, ਕਦੀ ਕਿਸੇ ਕੋਲ, ਅਤੇ ਇੱਕ ਸਾਧਨਾ ਤੋਂ ਦੂਜੇ ਸਾਧਨਾ ਦਾ ਅਭਿਆਸ ਕਰਦਾ, ਉਹ ਛੱਡਤਾ, ਦੂਜਾ ਫੜ ਲਿਆ। ਐਸਾ ਕਰਨਾ ਨੁਕਸਾਨਦਾਇਕ ਹੈ। ਇਸ ਲਈ ਇੱਕ ਹੀ ਤਰ੍ਹਾਂ ਦੀ ਸਾਧਨਾ ਨਾਲ ਜੋਗ ਦੀ ਤਰ੍ਹਾਂ ਚਿੰਬੜ ਜਾਓ ਤਾਂ ਲਾਭ ਮਿਲੇਗਾ। ਸਾਧਨਾ ਦੇ ਬਾਰੇ ਵਿੱਚ ਦੂਸਰੀ ਗੱਲ ਇਹ ਹੈ ਕਿ ਸਾਧਕ ਉਹੀ ਹੈ ਜਿਸ ਦਾ ਸਾਧਨਾ ਹੀ ਜੀਵਨ ਬਣ ਜਾਂਦਾ ਹੈ। ਜਦ ਤੱਕ ਮਨੁੱਖ ਦੀ ਆਪਣੀ ਸਾਧਨਾ ਭਾਰ ਰੂਪ ਪ੍ਰਤੀਤ ਹੁੰਦੀ ਹੈ, ਤਦ ਤੱਕ ਉਸ ਦਾ ਦਿਲ ਉਸ ਸਾਧਨਾ ਵਿੱਚ ਨਹੀਂ ਲੱਗ ਸਕਦਾ। ਜਿਵੇਂ ਮਨੁੱਖ ਸਤਸੰਗ ਵਿੱਚ ਜਾਂਦਾ ਹੈ, ਪਰ ਜਾਂ ਤਾਂ ਠੀਕ ਸਮੇਂ 'ਤੇ ਨਹੀਂ ਜਾਂਦਾ, ਜੇਕਰ ਜਾਂਦਾ ਵੀ ਹੈ ਤਾਂ ਸਤਸੰਗ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਹੀ ਨਹੀਂ। ਸਰੀਰ ਤਾਂ ਸਤਸੰਗ 'ਚ ਬੈਠਾ ਹੈ, ਪਰ ਮਨ ਕੋਈ ਦੂਸਰੇ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਜਦ ਧਿਆਨ ਯੋਗ ਆਦਿ ਦੂਸਰੇ ਸਾਧਨਾ ਵਿੱਚ ਮਨ ਨਹੀਂ ਲੱਗਦਾ, ਤਾਂ ਜਾਣ ਲਓ ਕਿ ਇਹ ਸਾਧਨ ਤੁਹਾਡੇ ਅਨੁਕੂਲ ਨਹੀਂ ਹੈ, ਜਾਂ ਇਸ ਵਿੱਚ ਤੁਹਾਡੀ ਰੁਚੀ ਨਹੀਂ ਹੈ। ਜੋ ਸਾਧਨ ਸਾਧਕ ਨੂੰ ਆਪਣਾ ਜੀਵਨ ਦਿਖਾਈ ਦਿੰਦਾ ਹੈ, ਜਿਸ ਨੂੰ ਕੀਤੇ ਬਿਨਾਂ ਉਹ ਰਹਿ ਨਹੀਂ ਸਕਦਾ ਹੈ। ਜੇ ਸਾਧਨ ਨੂੰ ਕਰਨ ਨਾਲ ਉਸ ਦਾ ਚਿੱਤ ਨਵਾਂ ਪ੍ਰੇਮ ਅਤੇ ਉਤਸ਼ਾਹ ਵੱਧਦਾ ਹੀ ਰਹਿੰਦਾ ਹੈ, ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਪ੍ਰਭੂ ਦੀ ਅਤੇ ਮਹਾਂਪੁਰਖਾਂ ਦੀ ਕਿਰਪਾ ਨਾਲ ਮੇਰਾ ਸਾਧਨ ਦਾ ਨਿਰਮਾਣ ਹੋਇਆ ਹੈ। ਹੁਣ ਆਪਣੇ ਡੇਰੇ ਬਾਬਾ ਸਾਹਿਬ ਸਿੰਘ ਜੀ ਸੀ, ਉਹ ਜਿਉਂ ਘਰੋਂ ਆਏ ਆ ਅਤੇ ਪ੍ਰਸ਼ਾਦੇ ਥੱਲਣ ਦੀ ਸੇਵਾ ਹੀ ਸਾਰੀ ਜ਼ਿੰਦਗੀ ਕੀਤੀ ਹੈ, ਅਤੇ ਲੰਗਰ ਵਿੱਚ ਹੀ ਉਹਨਾਂ ਦਾ ਆਸਣ ਰਿਹਾ, ਅਤੇ ਉਹਨਾਂ ਨੂੰ ਕਿਤੇ ਤੀਰਥ ਜਾਣ ਦਾ ਸਾਰੀ ਜ਼ਿੰਦਗੀ ਫੁਰਨਾ ਹੀ ਨਹੀਂ ਫੁਰਿਆ। ਮੈਂ ਆਪਣੀ ਸੇਵਾ 'ਚ ਜ਼ਿੰਦਗੀ ਲਾਤੀ। ਅਤੇ ਮਹਾਰਾਜ ਨੂੰ ਪੁੱਛਿਆ, ਕਹਿੰਦੇ ਸਾਹਿਬ ਸਿੰਘ ਦੀ ਗੱਡੀ ਲੈਣ 'ਤੇ ਆ, ਲੈਣ 'ਤੇ ਹੋਵੇ ਜੰਕਸ਼ਨ 'ਤੇ ਕਹਿੰਦੇ ਪਹੁੰਚੇ ਜਾਂਦੀ ਆ। ਮਤਲਬ ਸਾਰੀ ਜ਼ਿੰਦਗੀ ਫੁਰਨੇ ਤੋਂ ਰਹਿਤ ਹੋ ਕੇ ਜਿਹੜੀ ਸੇਵਾ ਦਿੱਤੀ ਉਹ ਨਿਭਾ ਗਿਆ। ਇਸ ਲਈ ਸੱਚੇ ਸਾਧਨ ਨੂੰ ਕਦੀ ਆਪਣੇ ਸਾਧਨ ਦਾ ਹੰਕਾਰ ਨਹੀਂ ਹੁੰਦਾ। ਉਸ ਨੂੰ ਕਿਸੇ ਵੀ ਅਵਸਥਾ ਵਿੱਚ ਸਾਧਨ ਭਾਰ ਰੂਪ ਨਹੀਂ ਲੱਗਦਾ, ਅਤੇ ਉਹਦਾ ਸਾਧਨ ਦਿਖਾਵਾ ਮਾਤਰ ਨਹੀਂ ਹੁੰਦਾ। ਸਾਧਨ ਛੋਟਾ ਹੋਵੇ ਜਾਂ ਵੱਡਾ, ਉਸ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਅਤੇ ਉਸ ਨੂੰ ਪੂਰਾ ਜ਼ੋਰ ਲਾ ਕੇ ਠੀਕ ਢੰਗ ਨਾਲ ਕਰਨਾ ਚਾਹੀਦਾ ਹੈ, ਅਤੇ ਸਾਧਨ ਵਿੱਚ ਕਦੀ ਸੰਤੋਖ ਨਹੀਂ ਕਰਨਾ ਚਾਹੀਦਾ। ਉਹ ਮਤਲਬ ਲੱਗੇ ਰਹਿਣਾ ਚਾਹੀਦਾ। ਜੇ ਸਾਧਕ ਨੂੰ ਆਪਣੇ ਸਾਧਨ ਦਾ ਹੰਕਾਰ ਨਹੀਂ, ਜੋ ਆਪਣੇ ਸਾਧਕ ਕਿਸੇ ਲੋਭ ਜਾਂ ਸਨਮਾਨ ਦੇ ਲਈ ਜਾਂ ਕਿਸੇ ਡਰ ਨਾਲ ਨਹੀਂ ਕਰਦਾ, ਜਿਸ ਦਾ ਸਾਧਨ ਦਿਖਾਵਾ ਨਹੀਂ, ਉਹੀ ਸਾਧਨ ਚਿੱਤ ਦੀ ਸ਼ੁੱਧੀ ਕਰਦਾ ਹੈ, ਦੂਸਰਾ ਨਹੀਂ। ਸਾਧਨ ਦਾ ਦਿਖਾਵਾ ਕਰਨ ਵਾਲੇ ਦਾ ਸੁਧਾਰ ਹੋਣਾ ਔਖਾ ਹੈ। ਹੁਣ ਕਈ ਆ ਸੇਵਾ ਕਰਦੇ ਨੇ, ਅਗਰ ਕੀਰਤਨ ਵਗੇ ਤੇ ਝਾੜੂ ਫੇਰਨਾ ਨਹੀਂ, ਇਹ ਪੰਜਾਂ ਪਿਆਰਿਆਂ ਮੂਹਰੇ ਝਾੜੂ ਫੇਰਨ ਲੱਗ ਜਾਣਗੇ। ਇਹ ਮੂਵੀ ਬਣ ਜਾਏ ਦਿਖਾਵਾ, ਇਹ ਮਨ ਨੂੰ ਸ਼ੁੱਧ ਨਹੀਂ ਕਰਦੀਆਂ ਇਹੋ ਜਿਹੀਆਂ ਚੀਜ਼ਾਂ। ਇਸ ਲਈ ਚਿੱਤ ਜਾਂ ਸ਼ੁੱਧੀ ਲਈ ਸਾਧਨ ਕਰਨ ਵਾਲੇ ਸਾਧੂ ਨੂੰ ਚਾਹੀਦਾ ਹੈ ਕਿ ਉਹ ਸਾਧਨ ਦਾ ਹੰਕਾਰ ਨਾ ਕਰੇ ਅਤੇ ਇਸ ਨਾਲ ਕਿਸੇ ਤਰ੍ਹਾਂ ਦਿਖਾਵਾ ਨਾ ਕਰੇ। ਉਹ ਸਾਧਨ ਉਸ ਨੂੰ ਭਾਰ ਨਾ ਲੱਗੇ ਅਤੇ ਸਾਧਨ ਨੂੰ ਠੀਕ ਢੰਗ ਨਾਲ ਪ੍ਰੇਮ ਨਾ ਕਰੇ। ਇਹ ਨਾ ਸਮਝੇ ਭੈਵੀਂ ਮਹਾਰਾਜ ਨੇ ਮੇਰੇ 'ਤੇ ਬੋਝ ਪਾਤਾ, ਮੈਂ ਕਾਹਲੇ ਕਰਨ ਡਿਆ ਹੈ। ਉਹਨੂੰ ਰੁਚੀ ਨਾ, ਪ੍ਰੇਮ ਨਾ, ਸ਼ਰਧਾ ਨਾ ਕਰੇ। ਜਿਵੇਂ ਹੁਣ ਸਾਡੇ ਬਾਬੇ ਬਹਾਲ ਸੁਣੀ 70 ਸਾਲ ਗੁਰੂ ਕੇ ਲੰਗਰ ਸੇਵਾ ਕਰਦੇ ਰਹੇ। ਇਹ ਨਹੀਂ ਸਮਝਿਆ ਵੀ ਸੰਤਾਂ ਨੇ ਸਾਨੂੰ ਚੱਕਦਾ ਬਿਰਣੇ ਫੜਾ ਛੱਡਿਆ।
पर सारी जिंदगी उत्थे ही लगे रहे। 21वां भगवान दे मंगलमई विधान विच अटल विश्वास। महाराज दे भरोसा पूरा होना चाहिए। भगवान मंगल स्वरूप हैं, इसलिए उन्होंने द्वारा अमंगल हो नहीं सकता। भगवान तो कभी मंगल किसी का बुरा करते नहीं, हमेशा ही भला करते। भगवान जिस नाल साडी भलाई समझते हैं उही सानू दिंदे हैं, जिस नाल साडी भलाई नहीं समझते वो वस्तु सानू नहीं दिंदे। जब तक सानू ये विश्वास नहीं हो जाता कि भगवान जो करते हैं शुभ अते ठीक ही करते हैं, तद तक साडे मन में शांति नहीं मिल सकती। वो शेख शादी जी कहते किसी दे कोई लड़का नहीं सी, वो संतां नूं बेनती की, वो कहते भगवान ने जिहड़ा तैनूं नहीं दिता इस भी भला ही आ। वो कह नहीं, कहते चलो फिर अरदास करते हैं। अरदास की, लड़का हो गया, लड़का पालिया पोसिया बड़ा होया, कसंग च पै के डाकू बन गया। हाँ जी, उन्हें फिर कतल करते, वो भगौड़ा हो गया तो पुलिस वाले ने फड़ के पे नूं अंदर ठोक दिता। वो संतां दे मन च आई भी बाबे नूं मिल चलीए। जिते उत्थे आए कहते कित्थे आ बजुर्ग, कहते महाराज जेल च आ। कहते किवें, कहते पुत डाकू बन गया सी, वो भगौड़ा हो गया, उन्हें फड़ के पे नूं अंदर जेल च डक दिता। कहते इनू कहा सी ना भी रब जिहड़ा तैनूं नहीं दिंदा इह च भला ही आ है, तो हुण अपनी इच्छा ना कीता ते संकट भोग रहे हैं। इस करके भी महाराज जो करते हैं भला करते हैं। असीं कई वारी रब की इच्छा तो उल्ट हो के करना चाहुंदे उस दुख हुंदा है। जब तक सानू ये विश्वास नहीं हो जाता कि भगवान जो करते हैं शुभ अते ठीक करते हैं, तद तक साडे मन में शांति नहीं मिल सकती। असीं जेकर प्रभु के कामां ते तर्क बतर्क नुकताचीनी ही करते रहांगे तो साडा मन शांत ही रहेगा। इसलिए दुख नूं भी सुख करके मनो अते दुख विच अपनी जुबान ते शिकवा तक ना लिओ। कोई शंका ना लिआओ फिर रब ने आ किवें करता। दुख साडे मन की मैल धोण लई आउंदे हन। जिहड़े दुखी हुंदा फिर अरदास करदा महाराज अगे, दुख विच समझो कि असीं तप कर रहे हैं, उस दी रजा विच राजी जी रहो। की तुसीं परमात्मा की इच्छा के सामने झुकना चाहुंदे हो जां तुसीं ये चाहुंदे हो कि परमात्मा तुहाडी इच्छा के अनुकूल चले। असीं चाहुंदे भी जो असीं कहीए उही रब करे, परमात्मा तो वही करेगा जी च साडा भला है। सानू उहदी इच्छा के सामने झुकना ही चाहिए। असीं तां सदा यही करिए कि भगवान तुहाडी इच्छा पूर्ण होवे, तेरा पना मीठा लगे, तादी आप नूं सुख शांति शांति प्राप्त होवेगी। राजी हम उसी में जैसे तेरी रजा हो, जहाँ जूं भी वाह वाह है और बूं भी वाह वाह है। जिथे किथे ठीक है ठीक है। ਉਹਦੀ रजा ਦੇ रंग ਵਿੱਚ ਮਨ ਨੂੰ रंगी कुड़े बुल्लां ते शिकवा हाँ जी ना आउण दे, बुल्लां नूं सी कुड़े। इस करके बुल्लां ते जवान ते कोई शंका ना आउंदी। बुल्लां नूं सी कुड़े, अपने बुल सी के रख ते जवान तूं वाधू घाटू गल ना कर। 22वां बैर ते ईरखा दा त्याग। किसी नाल बैर ना करो। ईरखा एक तरह का लगातार क्रोध है। मित्रता की बैरी नाल भी प्रेम करो कहते हैं। शत्रु के भी नफरत से देखे शायद वो मोहब्बत कर बैठे। जे तू प्रीतम का दर्शन पाना किसी नाल बैर ना करे, क्योंकि जिन्होंने अज बैरी समझते कल पता नहीं उन्हें मित्र बन जाना है जी। जेकर कोई खब्बी गल ते थप्पड़ मारे तो सज्जी गल नूं उस पासे कर दिओ। यीशु मसीह ये तो ईसा जी का बचन हैगा। तो मतलब ये है भी जानी इन्नी इहदा मतलब खेमा है। तो महाराज ने तो फिर 10वें पातशाह ने कहा सी ना कि जे कोई इहो जिहा दुष्ट आ तो फिर उन्होंने ਉਹਦੇ कर्म की सज़ा भी भुगताउणी योग है। राग द्वेष का त्याग कर दिओ। दूसरे के दुख नूं अपना दुख मनो ਅਤੇ दूसरे के सुख ਵਿੱਚ अपना सुख मनो। दूसरे ਨੂੰ सुखी देख के ईर्खा ना करो ਅਤੇ दूसरे ਨੂੰ दुख ਵਿੱਚ देख के खुश ना होवो। अपने पराए ਵਿੱਚ भेद करना अज्ञानता है, बगाना है अपना है जी। कई ये फर्क देखते हुण अपने पुत नाल तां मां किन्ना करदी है, गुआंढी दा थोड़ा करदी है नहीं। ਇੱਥੇ ਹੁਣ कई विद्यार्थी रह के गए आ ते बुढ़िया ने रोज़ ये गेड़े कढ़ने। जिले पुत चल गए तो मुड़ के नहीं इत्थे कदी मूँह दिखा लिया बड़िया कहना दर्शन नूं। मैं साडे नहीं अपने पुत के दर्शन नूं आउंदी, साडे लई थोड़ी आउंदियां ते बाद च भी आउण
ਹੈਂ, ਫੇਰ ਨਹੀਂ ਮਾਪੇ ਆਉਂਦੇ। ਉਹ ਸਿਰਫ ਮੋਹ ਦੇ ਮਾਰੇ ਦੌੜੇ ਫਿਰਦੇ ਆ। ਦੁੱਖ ਨੂੰ ਦੁੱਖ ਵਿੱਚ ਦੇਖ ਕੇ ਖੁਸ਼ ਨਾ ਹੋਵੇ। ਆਪਣੇ ਪਰਾਏ ਦਾ ਭੇਦ ਕਰਨਾ ਅਗਿਆਨਤਾ। ਗਿਆਨਵਾਨ ਦੇ ਲਈ ਇਹ ਭੇਦ ਮਿਟ ਜਾਂਦਾ। ਉਹਦੇ ਮਨ 'ਚ ਭੇਦ ਬੁੱਧੀ ਨਹੀਂ ਹੁੰਦੀ। ਉਹ ਤਾਂ ਦੂਸਰੇ ਦੇ ਸੁੱਖ ਦੇ ਕਾਰਨ ਆਪਣਾ ਸੁੱਖ ਨਿਸ਼ਾਵਰ ਹਰ ਸਮੇਂ ਤਤਪਰ ਰਹਿੰਦਾ ਹੈ। ਕਹਿੰਦੇ ਮਹਾਰਾਜ ਬੈਠੇ ਸੀ ਢਮੇਲੀ, ਅਤੇ ਮਹਾਰਾਜ ਹੁਣੇ ਦੁਨਿਆਵੀ ਤੌਰ 'ਤੇ ਭਾਣਜੀ ਆਈ। ਉਹਨਾਂ ਅੱਗੇ ਉਹਦੇ ਮਾਮਾ ਕਹਿਤਾ। ਮਹਾਰਾਜ ਕਹਿੰਦੇ ਖਬਰਦਾਰ, ਅੱਜ ਤੋਂ ਬਾਅਦ ਸਾਨੂੰ ਇਹ ਸ਼ਬਦ ਵਰਤਿਆ, ਤੇਰੇ ਤਾਂ ਮਾਮੇ ਹੋ ਗਏ, ਬਾਕੀ ਸੰਗਤ ਦੇ ਕੀ ਹੋਏ। ਇੱਥੇ ਕੋਈ ਰਿਸ਼ਤਾ ਲੈ ਕੇ ਨਹੀਂ ਆਉਣਾ, ਜਿਵੇਂ ਦੂਜੀ ਸੰਗਤ ਆਉਂਦੀ ਹੈ ਉਵੇਂ ਆਉਣਾ। ਮਹਾਰਾਜ ਕਹਿਣ ਲੱਗੇ, ਕਿਉਂਕਿ ਉਹਨਾਂ 'ਚ ਸੰਭਾਵ ਹੁੰਦਾ ਨਾ, ਉਹਨਾਂ 'ਚ ਫਿਰ ਇਹ ਨਹੀਂ ਰਹਿੰਦੀਆਂ ਚੀਜ਼ਾਂ ਕਿ ਸਾਡਾ ਕੋਈ ਰਿਸ਼ਤੇਦਾਰ ਆ ਜਾਂ ਬਗਾਨਾ ਆ। ਉਹ ਤਾਂ ਸੰਗਤ ਨੂੰ ਇੱਕ ਸਮਾਨ ਹੀ ਸਮਝਦੇ ਆ। ਪਰ ਸਵਾਰਥ ਕਾਰਨ ਸੰਤਨ ਧਰੋ ਸੀ। ਜਿਹੜੇ ਸੰਤ ਆ ਉਹਨਾਂ ਨੇ ਤਾਂ ਦੂਏ ਦੇ ਪਰਉਪਕਾਰ ਕਰਨ ਲਈ ਸਰੀਰ ਧਾਰਿਆ ਹੈ। 23ਵਾਂ ਆਪਣਾ ਪਰਨ ਬਚਨ ਪੂਰਾ ਕਰਨਾ। ਕੋਈ ਪਵਿੱਤਰ ਪਰਨ ਕਰੋ ਤਾਂ ਉਸ 'ਤੇ ਪੂਰਾ ਆਚਰਣ ਅਮਲ ਕਰੋ। ਇਹ ਨਾ ਕਹੋ ਕਿ ਜਿੱਥੇ ਤੱਕ ਸੰਭਵ ਹੋਵੇਗਾ ਮੈਂ ਕਰੂੰਗਾ। ਹੈਂ, ਉਹ ਗੁਰੂ ਕਹਿੰਦੇ ਪਿਆ ਕਰਿਆ, ਉਹ ਕਹਿੰਦਾ ਹੋ ਜਾਊਗਾ ਤਾਂ ਦੇਖ ਲਊਂਗਾ ਜੀ। ਇਹ ਕੋਈ ਗੱਲ ਥੋੜ੍ਹੀ ਹੋਈ। ਕਹਿੰਦੇ ਪੂਰਾ ਕਰਾਂਗੇ। ਜਿਵੇਂ ਭਾਈ ਉਦੈ ਸਿੰਘ, ਬਚਿੱਤਰ ਸਿੰਘ ਮਹਾਰਾਜ ਦੇ ਬਚਨਾਂ ਦੇ ਪੂਰੇ ਨਿਭਾ ਗਏ। ਸਾਹਿਬਜ਼ਾਦੇ 5 ਪਿਆਰੇ 40 ਮੁਕਤੇ ਨਿਭਾ ਗਏ। ਜਦ ਕਦੇ ਵੀ ਤੁਹਾਡੇ ਰਾਹ ਵਿੱਚ ਕੋਈ ਪ੍ਰਲੋਭਨ ਆਵੇ ਤਾਂ ਇੱਛਾ ਸ਼ਕਤੀ ਤੋਂ ਕੰਮ ਲੈ ਕੇ ਉਸ ਪ੍ਰਲੋਭਨ ਜਿਹੜਾ ਲੋਭ ਹੈ ਉੱਤੇ ਜਿੱਤ ਪਾਓ। ਜੋ ਬਚਨ ਕਰੋ ਉਹਨੂੰ ਪੂਰਾ ਕਰੋ। ਕਹਿੰਦੇ ਹਨ ਰਘੂਕਲ ਰੀਤ ਸਦਾ ਚਲੀ ਆਈ, ਪਰਨ ਪ੍ਰਾਣ ਜਾਏ ਪਰ ਬਚਨ ਨਾ ਜਾਏ ਜਾਂ ਪਰਨ ਨਾ ਜਾਏ। ਹੁਣ 9ਵੇਂ ਪਾਤਸ਼ਾਹ ਨੇ ਇਹ ਸਾਡੀ ਰੀਤੀ ਚੱਲੀ ਆਈ ਹੈ ਮੁੱਢ ਤੋਂ। ਜੋ ਪਰਨ ਕੀਤਾ ਉਹਨੂੰ ਨਿਭਾਵਾਂਗੇ, ਨਿਭਾ ਕੇ ਦਿਖਾ ਲਗਾ। ਸੀਸ ਦੀਆ ਪਰ ਸਿਰ ਢਨਾ ਦੀਆ। ਹਾਂਜੀ। 24ਵਾਂ ਤਪ ਤੋਂ ਭਾਵ ਹੈ ਰਿਆਜ਼ਤ। ਹਾਂਜੀ। ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਦੁੱਖ ਸੁੱਖ ਭੁੱਖ ਪਿਆਸ ਗਰਮੀ ਸਰਦੀ ਸਭ ਸਹਿਣ ਕਰਨਾ ਤਾਪਿਆ। ਇਸ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਮਨ ਦੀ ਚੰਚਲਤਾ ਖਤਮ ਹੋ ਜਾਂਦੀ ਹੈ। ਸਰੀਰ ਦਾ ਸੁਕਾਉਣਾ ਤਪ ਨਹੀਂ। ਭੋਲੇ ਲੋਕ ਮਨ ਅਤੇ ਇੰਦਰੀਆਂ ਨੂੰ ਘੱਟ ਭੋਜਨ ਨਾਲ ਮਾਰਨਾ ਚਾਹੁੰਦੇ ਹਨ, ਪਰ ਇਸ ਨਾਲ ਮਨ ਦੀ ਵਾਸ਼ਨਾ ਤਾਂ ਉਸੇ ਤਰ੍ਹਾਂ ਹੀ ਦਿਲ ਵਿੱਚ ਰਹਿੰਦੀ ਹੈ। ਸਰੀਰ ਕਮਜ਼ੋਰ ਹੋ ਜਾਣ ਨਾਲ ਧਿਆਨ ਯੋਗ ਨਹੀਂ ਕਰ ਸਕਦਾ, ਕਿਉਂਕਿ ਧਿਆਨ ਵੀ ਤਾਂ ਹੀ ਕਰੂਗਾ ਜੇ ਸਰੀਰ 'ਚ ਬਲਿਆ। ਜੇ ਸਰੀਰ 'ਚ ਬਲੇ ਹੀ ਨਹੀਂ ਤੇ ਸਮਾਧੀ ਕਿਵੇਂ ਲਓ, ਧਿਆਨ 'ਚ ਕਿਵੇਂ ਬੈਠੂਗਾ। ਮਨ ਨੂੰ ਤਾਂ ਗਿਆਨ ਸ਼ਕਤੀ ਨਾਲ ਹੀ ਬਸ ਕਰਨਾ ਚਾਹੀਦਾ ਹੈ, ਫਾਕੇ ਕੱਟ ਕੇ ਨਹੀਂ। ਜੇਕਰ ਘੋੜਾ ਸ਼ਰਾਰਤ ਕਰੇ ਤਾਂ ਉਸ ਨੂੰ ਚਾਬੁਕ ਮਾਰ ਕੇ ਠੀਕ ਕਰਨਾ ਚਾਹੀਦਾ, ਨਾ ਕਿ ਉਹਦੇ ਚਾਰੇ ਦਾਣੇ ਨੂੰ ਘੱਟ ਕਰਕੇ ਉਹਨੂੰ ਕਾਬੂ ਵਿੱਚ ਰੱਖਿਆ ਜਾਵੇ। ਜੇ ਉਹ ਕਮਜ਼ੋਰ ਹੋ ਗਿਆ ਤਾਂ ਤੁਹਾਨੂੰ ਲਿਜਾਊਗਾ ਕਿੱਥੇ। ਇਸ ਨਾਲ ਤਾਂ ਉਹ ਕਮਜ਼ੋਰ ਹੋ ਕੇ ਮਰ ਜਾਏਗਾ। 25ਵਾਂ ਮੌਨ ਚੁੱਪ ਰਹਿਣ ਦਾ ਵਰਤ ਹੈ। ਮੌਨ ਨਾਲ ਇੰਦਰੀਆਂ ਦੇ ਕਾਬੂ ਪਾਉਣਾ ਸਹਿਜ ਹੋ ਜਾਂਦਾ ਹੈ। ਮੌਨ ਨਾਲ ਮਨ ਦੀ ਸ਼ਕਤੀ ਵਧਦੀ ਹੈ, ਮਨ ਦੀ ਚੰਚਲਤਾ ਘਟਦੀ ਹੈ ਅਤੇ ਮਨ ਬਲਵਾਨ ਹੋ ਜਾਂਦਾ। ਬਹੁਤਾ ਬੋਲਣ ਇੱਕ ਗਾਲੜੀ ਬਣ ਜਾਂਦਾ ਕਿ ਵਾਧੂ ਘਾਟੂ ਗੱਲਾਂ ਕਰਨ ਕਈ ਵਾਰੀ। ਹਾਂਜੀ। ਇੱਕ ਦੂਜੇ ਨਾਲ ਕ੍ਰੋਧ ਲੜਾਈ ਝਗੜਾ ਵੀ ਪੈਦਾ ਹੋ ਜਾਂਦਾ। ਇਸ ਕਰਕੇ ਉਹਦੇ ਨੂੰ ਫਿਰ ਚੁੱਪ ਰਹਿਣ ਵਿੱਚ ਬਹੁਤ ਫਾਇਦਾ ਹੈ। ਇੱਕ ਚੁੱਪ 100 ਸੁੱਖ। ਮੌਨ ਅਧਿਆਤਮਿਕ ਜੀਵਨ ਦਾ ਲਈ ਬਹੁਤ ਜ਼ਰੂਰੀ ਹੈ। ਵਿਅਰਥ ਬੋਲਣ ਨਾਲ ਬਹੁਤ ਸ਼ਕਤੀ ਨਾਸ ਹੋ ਜਾਂਦੀ ਹੈ। ਮੌਨ ਨਾਲ ਧਿਆਨ ਵਿੱਚ ਸਹਾਇਤਾ ਮਿਲਦੀ ਹੈ। ਬਿਰਤੀਆਂ ਦੇ ਵਿਰੋਧ ਹੋ ਜਾਣ ਨਾਲ ਹੀ ਅਸਲੀ ਮੌਨ ਦੀ ਪ੍ਰਾਪਤੀ ਹੁੰਦੀ ਹੈ। ਬਿਰਤੀਆਂ ਦਾ ਨਿਰੋਧ ਕਰਨਾ ਜਾਂ ਵਿਰੋਧ ਕਰਨਾ ਰੋਕਣਾ, ਕਿਉਂਕਿ ਮਨ ਦਾ ਮੌਨ ਵਾਸ਼ਨਾ ਰਹਿਤ ਹੋਣਾ। ਜੇ ਮਨ 'ਚ ਫੁਰਨਾ ਹੈ ਤਾਂ ਮੌਨ ਨਹੀਂ ਧਾਰ ਹੋਣਾ। ਫੁਰਨਾ ਨਾ ਹੋ ਤਾਂ ਹੀ ਚੁੱਪ ਬਹਿ ਹੋ। ਵਾਸ਼ਨਾ ਰਹਿਤ ਹੋਣਾ ਹੀ ਅਸਲੀ ਮੌਨ ਹੈ। ਇਹੀ ਮਹਾਮੌਨ ਹੈ, ਇਹੀ ਪਾਰ ਬ੍ਰਹਮ ਹੈ। ਬਾਕ ਇੰਦਰੀਆਂ ਦੇ ਕਾਬੂ ਪਾਉਣ ਨਾਲ ਤੁਹਾਡਾ ਅੱਧਾ ਮਨ ਕਾਬੂ ਵਿੱਚ ਆ ਜਾਂਦਾ। ਜਦੋਂ ਬੋਲਣ ਤੋਂ ਮਨ ਨੂੰ ਰੋਕ ਲਓ, ਅੱਧਾ ਮਨ ਸਮਝੋ ਕਾਬੂ ਹੋ ਗਿਆ। ਜਿਹੜਾ ਵਾਰ-ਵਾਰ ਬਾਣੀ ਪੜ੍ਹਨ ਦਾ ਮਤਲਬ ਇਹ ਹੀ ਆ, ਵਾਧੂ ਗੱਲਾਂ ਤੋਂ ਬੰਦਾ ਬਚਿਆ ਰਹਿੰਦਾ। ਬਹੁਤੇ ਝਗੜੇ ਬਾਣੀ 'ਤੇ ਹੀ ਨਿਕਲਦੇ ਹਨ। ਮੌਨ ਨਾਲ ਤੁਸੀਂ ਅਸ਼ਾਂਤੀ ਅਤੇ ਬਹੁਤ ਵੱਡੇ ਕਾਰਨ ਨੂੰ ਬੰਦ ਕਰ ਦਿੰਦੇ ਹੋ। ਇਸ ਲਈ ਘੱਟ ਤੋਂ ਘੱਟ ਲੰਬੀਆਂ ਚੌੜੀਆਂ ਗੱਲਾਂ ਹੁਣ ਕਈ ਫੋਨਾਂ 'ਤੇ ਜਿਉਂ ਲੱਗਦੇ ਆ, ਹਟਦੇ ਹੀ ਨਹੀਂ। ਫਿਰ ਕੋਈ ਗੱਲ ਉਹ ਕੌੜੀ ਹੋ ਜਾਂਦੀ ਹੈ,
ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਪੈਂਦੇ ਆ। ਤੇਰੇ ਨਾਲ ਵੀ ਇਉਂ ਹੋਈ ਸੀ ਨਾ। ਬੇਕਾਰ ਗੱਲਾਂ ਅਤੇ ਬਾਦ ਬਾਤ ਤੋਂ ਤਾਂ ਜ਼ਰੂਰੀ ਬਚੋ। ਬਾਣੀ ਦਾ ਮੌਨ ਅਤੇ ਹਾਂਜੀ ਵਿੱਚ ਮਨ ਦੇ ਮੌਨ ਬਲ ਹੈ। ਇਸ ਕਰਕੇ ਮਨ ਦੇ ਮੌਨ ਵੱਲ ਲੈ ਕੇ ਜਾਵੇਗਾ। ਜਦੋਂ ਰਸਨਾ ਨਹੀਂ ਬੋਲਾਂਗੇ ਫਿਰ ਉਹ ਮਨ ਵੀ ਜਿਹੜਾ ਚੁੱਪ ਹੋ ਜਾਏਗਾ। ਮੌਨ ਨਾਲ ਆਤਮਾ ਬਲ ਦਾ ਵਾਧਾ ਹੁੰਦਾ ਹੈ। ਇਹ ਸੰਕਲਪਾਂ ਨੂੰ ਰੋਕਦਾ ਹੈ। ਮੌਨ ਨਾਲ ਤੁਹਾਡੇ ਹਾਂਜੀ ਵਿੱਚ ਤਤਿਕਸ਼ਾ ਵਧੇਗੀ। ਆਪ ਨੂੰ ਬਾਣੀ ਦੇ ਉੱਪਰ ਜਿੱਤ ਪ੍ਰਾਪਤ ਹੋਏਗੀ। ਇਹ ਕ੍ਰੋਧ ਤੇ ਖਾਤਮੇ ਵਿੱਚ ਬਹੁਤ ਸਹਾਇਤਾ ਦਿੰਦਾ ਹੈ। ਮੌਨੀ ਬਹੁਤ ਦਿਨਾਂ ਤੱਕ ਇਕਾਂਤ ਵਿੱਚ ਰਹਿ ਸਕਦਾ ਹੈ। ਜਿਹੜਾ ਮੌਨ ਨਹੀਂ ਧਾਰਦਾ ਉਹ ਇਕਾਂਤ ਨਹੀਂ ਨਾ ਰਹਿ ਸਕਦਾ। ਜਿਹੜਾ ਗੱਲੜੀ ਬੰਦਾ ਉਹ ਤਾਂ ਦੇਖੋ ਕੋਈ ਮਿਲੇ ਤਾਂ ਗੱਲ ਕਰਾਂ, ਅਤੇ ਇਕਾਂਤ 'ਚ ਉਹੀ ਬੈਠੂਗਾ ਜਿਹੜਾ ਗੱਲੜੀ ਨਹੀਂ। ਹਾਂਜੀ ਜੋ ਆਤਮ ਸਾਖਿਆਤ ਲਈ ਜ਼ਰੂਰੀ ਹੈ। ਪਰ ਗਲਤੀ ਮਨੁੱਖ ਹਾਂਜੀ ਕੁਝ ਘੰਟੇ ਵੀ ਹਾਂਜੀ ਕਿਉਂਕਿ ਜਿਹੜਾ ਗੱਲੜੀ ਮਨੁੱਖ ਆ ਨਾ ਇਹ ਵੱਡੀ ਗਲਤੀ ਹੈ, ਗੱਪਾਂ ਮਾਰੀ ਜਾਣੀਆਂ। ਜਿਹੜਾ ਗੱਲੜੀ ਮਨੁੱਖ ਹੈ ਕੁਝ ਘੰਟੇ ਵੀ ਇਕਾਂਤ ਵਿੱਚ ਨਹੀਂ ਰਹਿ ਸਕਦਾ। ਉਹ ਕਹਿੰਦਾ ਦਿਲ ਨਹੀਂ ਲੱਗਦਾ ਜੀ। ਉਹ ਫਿਰ ਲੱਜੂਗਾ ਸੰਗਤ ਨਾ ਮਿਲੇ ਕੋਈ ਸੰਗਤ 'ਚ ਬੈਠੂਗਾ ਤਾਸ਼ ਖੇਲੂਗਾ, ਜੂਇਆਂ ਜਾਊਗਾ, ਸ਼ਰਾਬਾਂ ਦੀਆਂ ਪਿਆਲੀਆਂ ਪੀਣ ਉੱਧਰ ਤੁਰੂਗਾ। ਉਹ ਸਦਾ ਹਾਂਜੀ ਸੰਗੀ ਚਾਹੁੰਦਾ ਕੋਈ ਨਾ ਕੋਈ ਮਿਲੇ। ਕੰਮ ਕਾਜ ਕਰਨ ਵਾਲੇ ਵੀ ਰੋਜ਼ 1 ਘੰਟਾ ਮੌਨ ਰੱਖਣ। ਐਤਵਾਰ ਨੂੰ ਸਾਰਾ ਦਿਨ ਜਾਂ 6 ਘੰਟੇ ਮੌਨ ਰੱਖੇ ਅਤੇ ਇਸ ਸਮੇਂ ਨੂੰ ਜਪ ਅਤੇ ਧਿਆਨ ਵਿੱਚ ਲਾਓ। ਮੌਨ ਦੇ ਸਮੇਂ ਮਨ ਵੀ ਮੌਨੀ ਰਹੇ। ਭਾਵ ਮਨ ਵਿਸ਼ਾ ਚਿੰਤਨ ਨਾ ਕਰੇ। ਮਨ 'ਚ ਵਿਸ਼ੇ ਬਾਸ਼ਨਾ ਨਾ ਆਈ ਜਾਣ ਜਿਹੜੇ ਬੈਠੇ। ਇਸ ਲਈ ਅਖਬਾਰ ਵੀ ਨਾ ਪੜ੍ਹੋ ਕਿਉਂਕਿ ਇਸ ਨਾਲ ਸੰਸਾਰਕ ਸੰਸਕਾਰ ਜਾਗਣਗੇ ਜਿਸ ਨਾਲ ਆਪ ਦੀ ਸ਼ਾਂਤੀ ਭੰਗ ਹੋ ਜਾਏਗੀ। ਇਹ ਸਵਾਮੀ ਸ਼ਿਵਾਨੰਦ ਜੀ ਬੜੇ ਯੋਗੀ ਹੋਏ ਆ। ਉਹਨੇ ਕੀਤਾ ਸੀ ਆਪਣੇ ਡੇਰੇ 'ਚ ਵੀ ਰੇਡੂਆ ਜਾਂ ਟੈਲੀਵਿਜ਼ਨ ਇਹ ਚੀਜ਼ਾਂ। ਇੱਥੇ ਵੀ ਇੱਕ ਵਾਰੀ ਕੋਈ ਚੁੱਕ ਲਿਆ ਸੀ ਨਾ ਟੈਲੀਵਿਜ਼ਨ। ਮੈਂ ਕਿਹਾ ਸਾਨੂੰ ਲੋੜ ਨਹੀਂ, ਇਹ ਚੀਜ਼ਾਂ ਤਾਂ ਮਨ ਨੂੰ ਚੰਚਲ ਕਰਦੀਆਂ। 26 ਬੁਰੇ ਅਤੇ ਫਾਲਤੂ ਸੰਕਲਪਾਂ ਦਾ ਤਿਆਗ। ਜਿਸ ਕੰਮ ਨਾਲ ਕਿਸੇ ਦਾ ਨੁਕਸਾਨ ਹੁੰਦਾ ਹੋਵੇ ਉਸ ਦੇ ਬਾਰੇ ਵਿੱਚ ਸੰਕਲਪਾਂ ਦਾ ਨਾਮ ਬੁਰੇ ਸੰਕਲਪ ਹੈ। ਜਿਸ ਦਾ ਵਰਤਮਾਨ ਕਾਲ ਨਾਲ ਸੰਬੰਧ ਨਾ ਹੋਵੇ ਜਾਂ ਜਿਸ ਸੰਕਲਪ ਨੂੰ ਪੂਰਾ ਕਰਨ ਦੀ ਤੁਹਾਡੇ ਵਿੱਚ ਹਿੰਮਤ ਜਾਂ ਯੋਗਤਾ ਨਾ ਹੋਵੇ। ਜੇਕਰ ਹਿੰਮਤ ਹੋਵੇ ਵੀ ਪਰ ਵਰਤਮਾਨ ਸਮੇਂ ਵਿੱਚ ਉਸ ਨੂੰ ਪੂਰਾ ਕਰਨਾ ਜ਼ਰੂਰੀ ਨਾ ਹੋਵੇ ਜਾਂ ਸੰਭਵ ਨਾ ਹੋਵੇ ਤਾਂ ਇਸ ਸੰਕਲਪਾਂ ਨੂੰ ਗੈਰ ਜ਼ਰੂਰੀ ਸੰਕਲਪ ਕਹਿੰਦੇ ਹਨ। ਚੰਗੇ ਸੰਕਲਪ ਉਹਨਾਂ ਨੂੰ ਕਹਿੰਦੇ ਹਨ ਜਿਸ ਨਾਲ ਕਿਸੇ ਦਾ ਭਲਾ ਹੋਵੇ। ਜ਼ਰੂਰੀ ਸੰਕਲਪ ਉਹ ਹਨ ਜਿਨ੍ਹਾਂ ਦੀ ਪੂਰਤੀ ਦਾ ਸੰਬੰਧ ਵਰਤਮਾਨ ਕਾਲ ਨਾਲ ਹੋਵੇ, ਜਿਵੇਂ ਭੋਜਨ ਆਦਿ। ਕਲਪਤ ਡਰ, ਕਲਪਤ ਇਛਾਵਾਂ, ਜਿਵੇਂ ਇਹ ਹੋ ਜਾਵੇ ਤਾਂ ਕੀ ਕਰੂੰਗਾ, ਇਹ ਹੋਵੇਗਾ, ਉਹ ਹੋਵੇਗਾ, ਕੱਲ੍ਹ ਅਸੀਂ ਖੂਬ ਮਜ਼ੇ ਉਡਾਵਾਂਗੇ ਆਦਿ ਫਾਲਤੂ ਯੋਜਨਾਵਾਂ ਬਣਾਉਂਦੇ ਰਹਿਣਾ। ਇਹ ਖਿਆਲੀ ਪਲਾਓ ਪਕਾਉਣੇ ਆ, ਹਵਾਈ ਕਿਲੇ ਬਣਾਉਣਾ। ਇਹਨਾਂ ਸਭ ਦਾ ਤਿਆਗ ਕਰ ਦੇਣਾ ਚਾਹੀਦਾ। ਮਨ 'ਚ ਵਿਅਰਥ ਵਿਚਾਰ ਲਿਆਉਂਦੇ ਰਹਿਣਾ ਜਾਂ ਹਵਾਈ ਕਿਲੇ ਬਣਾਉਂਦੇ ਰਹਿਣ ਨੂੰ ਅੰਗਰੇਜ਼ੀ ਵਿੱਚ ਹਾਂਜੀ ਅਤੇ ਆਪਣੇ ਮੈਂਟਲ ਹਾਂਜੀ ਇਸ ਤਰ੍ਹਾਂ ਇਹ ਵੀ ਇੱਕ ਜਾਣੀ ਮਨ ਦਾ ਹੀ ਰੋਗ ਆ ਨਾ। ਇਸ ਕਰਕੇ ਆਹ ਦੇਖੀ ਦਾ ਅੱਖਰ ਬਰੀਕ ਆ। ਡਰਾਮੇਸ਼ ਕੀ ਆ ਦੇਖਤਾ ਹੈਂ ਡਰਾਮ ਹਾਂ ਇਹ ਜਿਹੜੇ ਆ ਇਹ ਕਹਿੰਦੇ ਆ ਡਰਾਮਾਟਾਈਜੇਸ਼ਨ ਕਹਿੰਦੇ ਆ। ਇਸ ਤੋਂ ਬਚੋ। ਜਿਹੜੇ ਐਵੇਂ ਮਨ 'ਚ ਫੁਰਨੇ ਬਣਾਈ ਜਾਣੇ ਇਹ ਤੋਂ ਬਚੋ। ਮਨ ਇਹ ਸਭ ਕਾਰਜ ਲਿੰਗ ਸਰੀਰ ਵਿੱਚ ਕਰਦਾ ਹੈ ਜਿਹੜਾ ਸੂਖਮ ਸਰੀਰ ਹੈ ਅਤੇ ਚੰਚਲਤਾ ਨੂੰ ਪ੍ਰਾਪਤ ਹੁੰਦਾ ਹੈ। ਸਥੂਲ ਸਰੀਰ ਨੂੰ ਇਸ ਦਾ ਪਤਾ ਤੱਕ ਨਹੀਂ ਹੁੰਦਾ, ਉਹ ਕਿਰਿਆਸ਼ੀਲ ਨਹੀਂ ਹੁੰਦਾ। ਇਹ ਮਨ ਨੂੰ
ਸਥੂਲ ਬਣਾਉਂਦੇ ਹਨ। ਇਸ ਲਈ ਬੁਰੇ ਅਤੇ ਫਾਲਤੂ ਸੰਕਲਪਾਂ ਦਾ ਤਿਆਗ ਚਿੱਤ ਸ਼ੁੱਧੀ ਦਾ ਇੱਕ ਬੜਾ ਮਹੱਤਵਪੂਰਨ ਉਪਾਅ ਹੈ। ਹੁਣ ਆਪਣੇ ਡੇਰੇ ਲੰਗਰ ਵੀ ਪਕਾਉਂਦੇ ਸੀ, ਕੋਈ ਗੱਲ ਨਹੀਂ ਸੀ ਕਰ ਸਕਦਾ। ਮੂੰਹ 'ਤੇ ਠਾਠੇ ਬੰਨ੍ਹ ਕੇ ਹਾਂਜੀ ਜੰਗਲ ਪਾਣੀ ਜਾਣਾ, ਨਹਾ ਕੇ ਬਸਤਰ ਬਦਲ ਕੇ ਬਾਣੀ ਪੜ੍ਹਦੇ ਹੀ ਲੰਗਰ ਤਿਆਰ ਕਰਨਾ, ਚਾਹੇ ਕੋਈ ਪੱਠ ਝੋਕਣ ਵਾਲਾ, ਚਾਹੇ ਪੇੜੇ ਵਾਲਾ, ਚਾਹੇ ਬੇਲਣ ਵਾਲਾ, ਚਾਹੇ ਪ੍ਰਸ਼ਾਦੇ ਚੋਪਣ ਵਾਲਾ, ਚਾਹੇ ਦਾਲ ਸਬਜ਼ੀ ਬਣਾਉਣ ਵਾਲਾ, ਵਰਤਾਉਣ ਵਾਲਾ, ਪਕਾਉਣ ਵਾਲਾ, ਕੋਈ ਵੀ ਨਹੀਂ। ਜਦੋਂ ਪ੍ਰਸ਼ਾਦੇ ਆ ਪੂਰੀ ਤਾਬਿਆ ਜਿਹੜਾ ਬੈਠਾ ਉਹ ਵੀ ਬਾਣੀ ਪੜ੍ਹਦਾ ਹੁੰਦਾ ਸੀ ਠਾਠਾ ਬੰਨ੍ਹ ਕੇ, ਸੋਚ ਪਵਿੱਤਰ ਦਾ। ਮਤਲਬ ਗੱਲਾਂ ਨੂੰ ਕਿਤੇ ਟਾਈਮ ਹੀ ਨਹੀਂ। ਖੇਤੀ ਪੱਤੀ ਕਰਦੇ ਉਹਨਾਂ ਦਾ ਵੀ ਇਹ ਨਿਯਮ ਸੀ, ਜਾਂ ਹੋਰ ਡਿਊਟੀਆਂ ਹੈਗੀਆਂ ਹਾਂਜੀ। ਹਰ ਵੇਲੇ ਬਾਣੀ ਪੜ੍ਹਦਿਆਂ ਇਸ਼ਾਰੇ ਨਾਲ ਕੰਮ ਕਰਨਾ, ਇੱਕ ਸੈਨਤ ਨਾਲ ਹੁੰਦਾ, ਇੱਕ ਬੈਨਤ ਨਾਲ, ਬੋਲ ਕੇ ਅਤੇ ਇਸ਼ਾਰੇ ਨਾਲ। ਉਹ ਫਿਰ ਰੋਜ਼ ਦਾ ਉਹਨਾਂ ਨੂੰ ਹੋ ਜਾਂਦਾ। ਅਤੇ ਸ਼੍ਰੀਮਨ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦਾ ਤਾਂ ਮੂਨ ਸੀ, ਜਿਹੜੇ ਆਏ ਆ ਅਤੇ ਪਤਾ ਨਹੀਂ ਲੱਗਦਾ ਵੀ ਹੌਲੀ ਹੌਲੀ ਲੱਗ ਪਿਆ। ਉਹਨਾਂ ਦਾ ਮੌਨ ਬਹੁਤ ਸੀ। ਮਨ ਇਹ ਸਭ ਕਾਰਜ ਲਿੰਗ ਸਰੀਰ ਵਿੱਚ ਕਰਦਾ ਹੈ ਅਤੇ ਚੰਚਲਤਾ ਨੂੰ ਪ੍ਰਾਪਤ ਹੁੰਦਾ ਹੈ। ਸਥੂਲ ਸਰੀਰ ਨੂੰ ਇਸ ਦਾ ਪਤਾ ਤੱਕ ਨਹੀਂ ਹੁੰਦਾ, ਉਹ ਕਿਰਿਆਸ਼ੀਲ ਨਹੀਂ ਹੁੰਦਾ। ਇਹ ਮਨ ਨੂੰ ਸਥੂਲ ਬਣਾਉਂਦੇ ਹਨ। ਇਸ ਲਈ ਬੁਰੇ ਅਤੇ ਫਾਲਤੂ ਸੰਕਲਪਾਂ ਦਾ ਤਿਆਗ ਚਿੱਤ ਸ਼ੁੱਧੀ ਦਾ ਇੱਕ ਬੜਾ ਮਹੱਤਵਪੂਰਨ ਉਪਾਅ ਹੈ। ਜਦ ਤੱਕ ਮਨੁੱਖ ਦਾ ਚਿੱਤ ਸ਼ੁੱਧ ਨਹੀਂ ਹੋ ਜਾਂਦਾ, ਤਦ ਤੱਕ ਉਹ ਜਿਸ ਦਾ ਸਿਮਰਨ ਕਰਨਾ ਚਾਹੀਦਾ ਉਸ ਦਾ ਚਿੰਤਨ ਨਹੀਂ ਕਰ ਸਕਦਾ, ਅਤੇ ਜਿਸ ਦਾ ਚਿੰਤਨ ਨਹੀਂ ਕਰਨਾ ਚਾਹੀਦਾ ਉਹਦਾ ਚਿੰਤਨ ਹੁੰਦਾ ਰਹਿੰਦਾ ਹੈ। ਜੇ ਕੰਮ ਜੋ ਕੰਮ ਉਸਨੂੰ ਕਰਨਾ ਚਾਹੀਦਾ ਉਹ ਨਹੀਂ ਕਰਦਾ, ਅਤੇ ਜੋ ਨਹੀਂ ਕਰਨਾ ਚਾਹੀਦਾ ਉਸ ਨੂੰ ਉਹ ਕਰਦਾ ਰਹਿੰਦਾ ਹੈ। ਇਸ ਲਈ ਫਾਲਤੂ ਸੰਕਲਪਾਂ ਨੂੰ ਦੂਰ ਤੋਂ ਹੀ ਹੱਥ ਜੋੜ ਦਿਓ ਅਤੇ ਵਿਅਰਥ ਕਲਪਨਾ ਕਰਨਾ, ਖਿਆਲੀ ਪੁਲਾਓ ਪਕਾਉਣੇ ਛੱਡ ਦਿਓ, ਕਿਉਂਕਿ ਵਿਅਰਥ ਦੀ ਚਿੰਤਾ ਹੀ ਪਰਮਾਤਮਾ ਚਿੰਤਨ ਸਭ ਤੋਂ ਵੱਡੀ ਰੁਕਾਵਟ ਹੈ। ਹੁਣ ਜਿਹਦੇ ਨਾਲ ਸਾਡਾ ਮਤਲਬ ਨਹੀਂ, ਅਸੀਂ ਬੈਠੇ ਉਹਦੀਆਂ ਗੱਲਾਂ ਕਰੀ ਜਾਵਾਂਗੇ, ਉਹ ਗੱਲਾਂ ਨਾਲ ਕੋਈ ਪ੍ਰਯੋਜਨ ਨਹੀਂ। ਐਵੇਂ ਆਪਣਾ ਜਿਵੇਂ ਟਾਈਮ ਪਾਸ ਕਰ ਲਿਆ, ਇੱਧਰ ਉੱਧਰ ਦੀਆਂ ਕੁੰਡ ਪਾਰਟੀ 'ਚ ਬੈਠੇ ਲੋਕ ਇਹੀ ਕੁਛ ਕਰਦੇ ਆ। ਕੋਈ ਭਜਨ ਬਾਣੀ ਵਾਲੀ ਤਾਂ ਗੱਲ ਕਰਨੀ, ਇਹ ਰੁਕਾਵਟ ਆ। 27 ਸਾਰੇ ਕਹਿੰਦੇ ਸਿਮਰਨ ਕਰੋ, ਸਿਮਰਨ ਕਰੋ। ਜਦੋਂ ਤੱਕ ਹਾਂਜੀ ਸਿਮਰਨ ਕਰਨ ਦੀ ਸਮੱਗਰੀ ਨਹੀਂ ਤਿਆਰ ਕਰਦੇ ਤੇ ਸਿਮਰਨ ਨਹੀਂ ਹੋ ਸਕਦਾ। ਆਹ ਹੁਣ ਦੱਸਦੇ ਆ ਵੀ ਆਹ ਚੀਜ਼ਾਂ ਜਿਹੜੀਆਂ ਸਿਮਰਨ ਵਿੱਚ ਰੁਕਾਵਟ ਆ, ਜੇ ਇਹਨਾਂ ਦਾ ਪਤਾ ਹੋਊ ਤਾਂ ਬੰਦਾ ਸਾਵਧਾਨ ਹੋ ਕੇ ਕਰਦਾ। ਤਾਂ ਹੀ ਕਿਹਾ ਨਾ, ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭੇ ਕਹੇ ਸੋਈ ਕੌਤਕਹਾਰ। 27 ਭਾਵ ਜਾਂ ਸੰਕਲਪ ਦੀ ਸ਼ੁੱਧੀ। ਕਿਸੇ ਕਰਮ ਦੀ ਸ਼ੁੱਧੀ ਲਈ ਜਾਣਨਾ ਜ਼ਰੂਰੀ ਹੈ ਕਿ ਕਰਮ ਦੀ ਉਤਪਤੀ ਕਿੱਥੋਂ ਹੁੰਦੀ ਹੈ। ਵਿਚਾਰ ਕਰਨ 'ਤੇ ਪਤਾ ਲੱਗੇਗਾ ਕਰਮ ਕਰਨ ਵਾਲੇ ਦੇ ਭਾਵ ਅਤੇ ਸੰਕਲਪ ਨਾਲ ਕਰਮ ਬਣਦਾ ਹੈ। ਇਸ ਲਈ ਕਰਮ ਦੀ ਸ਼ੁੱਧੀ ਦੇ ਲਈ ਕਰਤਾ ਨੂੰ ਪਹਿਲਾਂ ਆਪਣੇ ਹੰਕਾਰ ਨੂੰ ਸ਼ੁੱਧ ਕਰਨਾ ਜ਼ਰੂਰੀ ਹੈ, ਕਿਉਂਕਿ ਕਾਰਨ ਦੀ ਸ਼ੁੱਧੀ ਦੇ ਬਿਨਾਂ ਕਾਰਜ ਦੀ ਸ਼ੁੱਧੀ ਨਹੀਂ ਹੋ ਸਕਦੀ। ਇਸ ਲਈ ਸਾਧਕ ਸਭ ਤੋਂ ਪਹਿਲਾਂ ਇਹ ਨਿਸ਼ਚਾ ਕਰੇ ਕਿ ਮੈਂ ਪਰਮਾਤਮਾ ਦਾ ਹਾਂ। ਮਨ ਵਿੱਚ ਇਹ ਭਾਵ ਹੋਣ ਨਾਲ ਆਪਣੇ ਆਪ ਉਹ ਕਰਮ ਕਰਨ ਦੇ ਸੰਕਲਪ ਉੱਠਣਗੇ ਜੋ ਪਰਮਾਤਮਾ ਨੂੰ ਪਿਆਰੇ ਹੋਣ, ਜਿਸ ਨਾਲ ਪਰਮਾਤਮਾ ਪ੍ਰਸੰਨ ਹੋਣ। ਇਸ ਲਈ ਕਰਮ ਦੀ ਸ਼ੁੱਧੀ ਨਾਲ ਆਪਣੇ ਆਪ ਸ਼ੁੱਧੀ ਹੋ ਜਾਂਦੀ ਹੈ। ਸਾਧਕ ਤਾਂ ਆਪਣੇ ਆਪ ਨੂੰ ਭਗਵਾਨ ਦੀ ਨਾਟਸ਼ਾਲਾ ਦਾ ਸੁਆਂਗ ਸਮਝੇ ਅਤੇ ਕਿਸੇ ਕਰਮ ਵਿੱਚ ਲਿਪਤ ਨਾ ਹੋਵੇ, ਐਵੇਂ ਨਾ ਚਿੰਬੜਿਆ ਰਹੇ। ਇਸ ਤਰ੍ਹਾਂ ਨਾਟਕ ਦੇ ਰੂਪ ਵਿੱਚ ਹੋਣ ਵਾਲੇ ਕਰਮਾਂ ਵਿੱਚ ਉਸ ਨੂੰ ਰਾਗ ਨਹੀਂ ਹੋਵੇਗਾ, ਜਿਸ ਨਾਲ ਨਿਰਵਾਸ਼ਨਾ ਆ ਜਾਵੇਗੀ ਅਤੇ ਹਰ ਕਾਰਜ ਵਿੱਚ ਭਗਵਾਨ ਦੇ ਪ੍ਰੇਮ ਦੀ ਝਲਕ ਨਜ਼ਰ ਆਵੇਗੀ ਅਤੇ ਰਾਗ ਜਾਂਦਾ ਰਹੇਗਾ। ਜਿਹੜਾ ਝੂਠਾ ਮੋਹ ਰਾਗ ਦਾ ਅੰਤ ਹੁੰਦੇ ਹੀ ਪਰਮਾਤਮਾ ਨਾਲ ਅਨੁਰਾਗ ਦੀ ਗੰਗਾ ਆਪਣੇ ਆਪ ਬਹਿਣ ਲੱਗ ਜਾਏਗੀ। ਅਤੇ ਜਿੰਨਾ ਚਿਰ ਦੁਨੀਆ ਦਾ ਰਾਗ ਪਿਆਰ ਆ, ਪਰਮਾਤਮਾ ਨਾਲ ਨਹੀਂ ਪੈਣਾ। ਪਰਮਾਤਮਾ ਜਿਲੇ ਇੱਧਰੋਂ ਟੁੱਟ ਗਿਆ, ਪਰਮਾਤਮਾ ਨਾਲ ਆਪਣੇ ਆਪ ਪਏਗਾ। ਇਸ ਲਈ ਸੰਸਾਰ ਦੇ ਨਾਟਕ ਵਿੱਚ ਹਰ ਕਾਰਜ ਕਰਦੇ ਸਮੇਂ ਖਿਆਲ ਰੱਖੋ ਕਿ ਮੈਂ ਜੋ ਕੁਝ ਕਰ ਰਿਹਾ ਹਾਂ ਜਾਂ ਮੈਨੂੰ ਜੋ ਕੁਝ ਕਰਨਾ ਹੈ ਉਹ ਪਰਮਾਤਮਾ ਦੀ ਪ੍ਰਸੰਨਤਾ ਲਈ ਕਰਨਾ ਹੈ। ਇਸ ਲਈ ਹੰਕਾਰ ਦੀ ਸ਼ੁੱਧੀ ਕੀਤੇ ਬਿਨਾਂ ਜੇਕਰ ਕੋਈ ਮਨੁੱਖ ਕਰਮ ਦੀ ਸ਼ੁੱਧੀ ਲਈ ਯਤਨ ਕਰਨ 'ਤੇ ਵੀ ਕਰਮ ਨੂੰ ਸ਼ੁੱਧ ਨਹੀਂ ਬਣਾ ਸਕਦਾ, ਕਿਉਂਕਿ ਕਾਰਨ ਤੋਂ ਬਿਨਾਂ ਕਾਰਜ ਦੀ ਸ਼ੁੱਧੀ ਨਹੀਂ ਹੋ ਸਕਦੀ। ਜਦ ਮਨ ਵਿੱਚ ਵਿਸ਼ਵਾਸ ਹੋ ਜਾਵੇ ਕਿ ਸਾਰੀ ਸੁੰਦਰਤਾ ਦਾ ਕੇਂਦਰ ਪਰਮਾਤਮਾ ਹੈ। ਹੁਣ ਬੰਦਾ ਸੁੰਦਰਤਾ ਦੇਖ ਕੇ ਲੁਭਾਇਮਾਨ ਹੁੰਦਾ ਨਾ, ਪਰਮਾਤਮਾ ਨਾਲ ਤਾਂ ਸੁੰਦਰ ਹੈ ਕੋਈ ਨਹੀਂ। ਸਿਆਮ ਸੁੰਦਰਤਾ ਜੀ ਨੀਂਦ ਕਿਉਂ ਆਈ, ਮਹਾਮੋਹ ਨੇ ਦੂਤਾਂ ਲਾਈ।
ਤੇ ਜਿਨ ਫਿਰ ਉਹਨੂੰ ਦੇਖ ਲਿਆ, ਉਹ ਦੁਨੀਆ ਦੀਆਂ ਸੁੰਦਰਤਾ ਉਹਨਾਂ ਨੂੰ ਭਰਮਾ ਨਹੀਂ ਸਕਦੀਆਂ। ਸਾਰੇ ਜਗ ਦੀ ਸੁੰਦਰਤਾ ਉਹਨਾਂ ਦੇ ਸੌਂਦਰੇ ਦੇ ਇੱਕ ਅੰਸ਼ ਦਾ ਪ੍ਰਤੀਬਿੰਬ ਹੈ। ਬਾਕੀ ਤਾਂ ਇੱਕ ਪ੍ਰਤੀਬਿੰਬ ਵਾਂਗੂ ਆ। ਭਗਵਾਨ ਵਰਗਾ ਸੁੰਦਰ ਕੌਣ ਹੈ? ਉਹ ਕਹਿੰਦੇ ਨਾ, ਜਦੋਂ ਕ੍ਰਿਸ਼ਨ ਮਹਾਰਾਜ ਸੀ ਅਤੇ ਉਹ ਗੋਪੀ ਕੋਈ ਵਿਆਹ ਕੇ ਲਿਆਏ ਅਤੇ ਉਹਨੂੰ ਆਪਣੀ ਸੁੰਦਰ ਦਾ ਮਾਣ ਸੀ। ਭਗਵਾਨ ਉੱਤੇ ਬੈਠੇ ਸੀ, ਉਹ ਅੱਗੇ ਦੀਵਾ ਬਣਾਉਂਦੇ ਹੁੰਦੇ ਸੀ ਸਨਾਤਨੀਆਂ ਨੂੰ। ਜਿਲੇ ਮਹਾਰਾਜ ਨੇ ਕਿਹਾ ਝਾਕ, ਉਹ ਦੇਖਿਆ ਅਤੇ ਕ੍ਰਿਸ਼ਨ ਮਹਾਰਾਜ ਉਹ ਸੁੰਦਰਤਾ ਦੇਖ ਕੇ ਅੱਖਾਂ ਅੱਡੀਆਂ ਗਈਆਂ, ਉਹਦਾ ਹੰਕਾਰ ਟੁੱਟ ਗਿਆ। ਇਸ ਕਰਕੇ ਭਗਵਾਨ ਨੂੰ ਸੁੰਦਰ ਕੋਈ ਨਹੀਂ। ਉਹਨਾਂ ਦੇ ਸਮਾਨ ਪ੍ਰੇਮ ਅਤੇ ਦਇਆ ਕਰਨੀ ਜਿਹੜੀ ਹੈ, ਹਾਂਜੀ, ਦਇਆ ਵਾਲਾ ਕੋਈ ਨਹੀਂ। ਭਗਵਾਨ ਵਿੱਚ ਜਿਹੜੀ ਦਇਆ ਆ, ਬੜੇ ਬੜੇ ਗੁਨਾਹੀਆਂ ਪਾਪੀਆਂ ਨੂੰ ਉਹ ਬਖਸ਼ਦਾ, ਬੰਦਾ ਥੋੜ੍ਹੀ ਬਖਸ਼ਦਾ। ਬੰਦਾ ਤਾਂ ਕਹਿੰਦੇ ਤੂੰ ਬਦਲਾ ਲਵਾਂ, ਤਦ ਮਨ ਆਪਣੇ ਆਪ ਉਹਨਾਂ ਵੱਲ ਜਾਣ ਲੱਗੇਗਾ ਅਤੇ ਸਾਡਾ ਅੰਤਰਕਰਨ ਸ਼ੁੱਧ ਹੋ ਜਾਏਗਾ। ਇਸ ਲਈ ਚੇਦੀ ਸ਼ੁੱਧੀ ਦੇ ਲਈ ਅਹੰਗਤਾ ਅਤੇ ਮਮਤਾ ਦਾ ਨਾਸ ਅਤੀ ਜ਼ਰੂਰੀ ਹੈ। ਵਿਚਾਰ ਮਾਰਗ ਦਾ ਪਾਂਧੀ ਪਹਿਲਾਂ ਹੀ ਹੰਕਾਰ ਨੂੰ ਖਤਮ ਕਰਦਾ ਹੈ। ਹੰਕਾਰ ਨਾ ਰਹਿਣ ਨਾਲ ਮਮਤਾ ਆਪਣੇ ਆਪ ਖਤਮ ਹੋ ਜਾਂਦੀ ਹੈ। ਹੰਕਾਰ ਖਤਮ ਹੋਣ ਨਾਲ ਬੋਧ ਅਤੇ ਮਮਤਾ ਖਤਮ ਹੋਣ ਨਾਲ ਪਰਮਾਤਮਾ ਪ੍ਰੇਮ ਦੀ ਪ੍ਰਾਪਤੀ ਹੁੰਦੀ ਹੈ। ਜੇ ਚਿੱਤ ਸ਼ੁੱਧੀ ਦਾ ਜੋ ਚਿੱਤ ਸ਼ੁੱਧੀ ਦਾ ਅਸਲੀ ਫਲ ਹੈ, ਭਗਵਤ ਵਿਸ਼ਵਾਸੀ ਦਾ ਹੰਕਾਰ ਅਤੇ ਹਾਂਜੀ ਮਮਤਾ ਗਲ ਕੇ ਆਪਣੇ ਪਿਆਰੇ ਦੀ ਪ੍ਰੀਤ ਬਣ ਜਾਂਦੀ ਹੈ। ਇਸ ਕਰਕੇ ਜਿਹੜੀਆਂ ਇਹ ਚੀਜ਼ਾਂ, ਹੰਕਾਰ ਵੀ ਮਮਤਾ ਖਤਮ ਹੋ ਜਾਂਦੀ ਹੈ, ਹਾਂਜੀ, ਉਹ ਆਪਣੇ ਪਿਆਰੇ ਨਾਲ ਉਹਦੀ ਪ੍ਰੀਤ ਪੈ ਜਾਂਦੀ ਹੈ। ਅਤੇ 28ਵਾਂ ਵਿਵੇਕ ਅਤੇ ਮਨ ਦੀ ਏਕਤਾ। ਸਾਧਕ ਜਿਹੜਾ ਵਿਵੇਕ ਦੇ ਕਾਰਨ ਦੋਸ਼ਾਂ ਨੂੰ ਛੱਡਣਾ ਅਤੇ ਚੰਗੇ ਗੁਣਾਂ ਨੂੰ ਧਾਰਨ ਕਰਨਾ ਤਾਂ ਚਾਹੁੰਦਾ ਹੈ, ਪਰ ਜਦੋਂ ਤੱਕ ਮਨ ਇਹਨਾਂ ਦੋਸ਼ਾਂ ਨੂੰ ਨਾ ਛੱਡੇ ਤਦ ਤੱਕ ਇਹਨਾਂ ਦੋਸ਼ਾਂ ਵਿੱਚ ਰਸ ਆਉਂਦਾ ਰਹਿੰਦਾ ਅਤੇ ਉਹ ਚੰਗੇ ਗੁਣਾਂ ਦੇ ਰਸ ਆਨੰਦ ਨੂੰ ਮਹਿਸੂਸ ਨਹੀਂ ਕਰਦਾ। ਇਸ ਲਈ ਜਦੋਂ ਤੱਕ ਦੋਸ਼ ਨਹੀਂ ਛੁੱਟਦੇ ਅਤੇ ਗੁਣਾਂ ਦਾ ਸੰਗ੍ਰਹਿ ਨਹੀਂ ਹੁੰਦਾ, ਭਾਵ ਜਦ ਤੱਕ ਵਿਵੇਕ ਬੁੱਧੀ ਅਤੇ ਮਨ ਦੀ ਏਕਤਾ ਨਹੀਂ ਹੋ ਜਾਂਦੀ, ਤਦ ਤੱਕ ਦੋਸ਼ ਤਿਆਗੇ ਨਹੀਂ ਜਾ ਸਕਦੇ। ਜਦੋਂ ਤੱਕ ਮਨ ਬੁੱਧੀ ਵਿੱਚ ਬਲੀਨ ਨਹੀਂ ਹੋ ਜਾਂਦਾ, ਤਦ ਤੱਕ ਮਨ ਬੁੱਧੀ ਦੇ ਅਨੁਸਾਰ ਨਹੀਂ ਚੱਲਦਾ ਅਤੇ ਉਹਦੇ ਅਧੀਨ ਨਹੀਂ ਹੋ ਜਾਂਦਾ, ਤਦ ਤੱਕ ਦੋਸ਼ ਨਹੀਂ ਛੁੱਟਦੇ। ਇਹਨਾਂ ਦੋਨਾਂ ਦੀ ਏਕਤਾ ਹੋਣ ਨਾਲ ਬੁੱਧੀ ਆਪਣੇ ਆਪ ਸਮ ਅਤੇ ਸਥਿਰ ਹੋ ਜਾਏਗੀ। ਤਦ ਸਾਧਕ ਦਾ ਹੰਕਾਰ ਗਲ ਕੇ ਭਗਵਾਨ ਦੇ ਪ੍ਰੇਮ ਵਿੱਚ ਬਦਲ ਜਾਵੇਗਾ। ਔਰ ਮਨ ਮੰਨਿਆ ਤੋ ਹਰ ਜਾਣਿਆ, ਭਾਵ ਜਦ ਅਸੀਂ ਮਨ ਦੇ ਕਹਿਣ 'ਤੇ ਨਾ ਚੱਲ ਕੇ ਬੁੱਧੀ ਜਾਂ ਆਤਮਾ ਦੀ ਆਵਾਜ਼ ਸੁਣਾਂਗੇ ਤਾਂ ਸਾਨੂੰ ਸ਼ਾਂਤੀ ਮਿਲੇਗੀ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਸ ਨੂੰ ਜੇ ਜਾਣਕਾਰੀ ਵਿਵੇਕ ਪ੍ਰਾਪਤ ਹੈ, ਉਸ ਦਾ ਆਦਰ ਕਰੇ ਅਤੇ ਜਾਣਬੁੱਝ ਕੇ ਪਾਪ ਕਰਮ ਨਾ ਕਰੇ। ਜਦ ਮਨੁੱਖ ਆਪਣੇ ਵਿਵੇਕ ਦਾ ਆਦਰ ਕਰੇਗਾ ਤਾਂ ਉਸ ਨੂੰ ਯਕੀਨ ਹੋ ਜਾਵੇਗਾ ਕਿ ਮੈਂ ਆਤਮਾ ਹਾਂ, ਸਰੀਰ ਨਹੀਂ, ਤਾਂ ਬਾਕੀ ਦੁਨੀਆ ਦੀਆਂ ਵਸਤੂਆਂ ਮੇਰੀਆਂ ਕਿਵੇਂ ਹੋ ਸਕਦੀਆਂ ਹਨ। ਇਹ ਯਕੀਨ ਹੁੰਦੇ ਹੀ ਸਭ ਪ੍ਰਕਾਰ ਦੀਆਂ ਇਛਾਵਾਂ ਆਪਣੇ ਆਪ ਖਤਮ ਹੋ ਜਾਣਗੀਆਂ। ਅੰਤਰਕਰਨ ਸ਼ੁੱਧ, ਹਾਂਜੀ, ਸ਼ਾਂਤੀ ਅਤੇ ਸਥਿਰ ਹੋ ਜਾਏਗਾ। ਤਦ ਹੀ ਇਹ ਨਿਸ਼ਚਾ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੁੰਦੀ ਅਤੇ ਮੇਰੇ ਤਾਂ ਕੇਵਲ ਭਗਵਾਨ ਹੀ ਹਨ ਅਤੇ ਮੈਂ ਉਹਨਾਂ ਦਾ ਹਾਂ। ਜਿਵੇਂ ਮੀਰਾਂ ਦਾ ਸੀ ਕਿ ਮੇਰੇ ਤਾਂ ਗਿਰਦ ਗੋਪਾਲ ਪਰਮੇਸ਼ਰ ਹੀ ਹੈ। ਮਨੁੱਖ ਦੀ ਸਭ ਤੋਂ ਵੱਡੀ ਭੁੱਲ ਇਹੀ ਹੈ ਕਿ ਉਹ ਆਪਣੇ ਵਿਵੇਕ ਦਾ ਆਦਰ ਨਹੀਂ ਕਰਦਾ, ਇਸ ਦੇ ਉਲਟ ਕੰਮ ਕਰਦਾ ਹੈ। ਜੇਕਰ ਸਾਧਕ ਇਸ ਭੁੱਲ ਨੂੰ ਖਤਮ ਕਰ ਦੇਵੇ ਤਾਂ ਭਗਵਾਨ ਅਤੇ ਉਹਨਾਂ ਦੇ ਪ੍ਰੇਮ ਦੀ ਪ੍ਰਾਪਤੀ ਵਿੱਚ ਦੇਰ ਨਾ ਹੋਵੇ। ਉਸ ਵਿਵੇਕ ਦਾ ਆਦਰ ਕਰਨ ਦਾ ਨਤੀਜਾ ਪੂਰਨ ਵੈਰਾਗ ਹੈ। ਵੈਰਾਗ ਹੀ ਪੂਰਨਤਾ ਹੀ ਯੋਗ ਹੈ ਅਤੇ ਯੋਗ ਤੋਂ ਬੋਧ ਪ੍ਰਾਪਤ ਹੁੰਦਾ ਹੈ। ਬੋਧ ਹੀ ਪੂਰਨਤਾ ਵਿੱਚ ਹੀ ਪ੍ਰੇਮ ਲੁਕਿਆ ਹੈ। ਇਸ ਲਈ ਮਨੁੱਖ ਚਿੱਤ ਸ਼ੁੱਧੀ ਦੇ ਲਈ ਈਸ਼ਵਰ ਦੇ ਨਾਲ ਆਪਣੀ ਜਾਤੀ ਏਕਤਾ ਮੰਨੇ, ਭਾਵ ਈਸ਼ਵਰ ਨੂੰ ਆਪਣਾ ਸਜਾਤੀ ਮੰਨੇ। ਭਾਵ ਇਹ ਨਿਸ਼ਚਾ ਕਰੇ ਕਿ ਮੈਂ ਸਰੀਰ ਨਹੀਂ ਹਾਂ, ਮੈਂ ਆਤਮਾ ਹਾਂ। ਪ੍ਰਾਣੀ ਜਿਸ ਦੇ ਨਾਲ ਮੈਂ ਨੂੰ ਜੋੜ ਲੈਂਦਾ ਹੈ, ਉਸ ਨੂੰ ਉਹ ਹਾਂਜੀ ਸੱਚ ਪ੍ਰਤੀਤ ਹੁੰਦਾ ਹੈ। ਇਸ ਲਈ ਵਿਵੇਕ ਬੁੱਧੀ ਅਤੇ ਮਨ ਦੀ ਏਕਤਾ ਵਿੱਚ ਸ਼ੁੱਧੀ ਦਾ ਇੱਕ ਵੱਡਾ ਸਾਧਨ ਹੈ। ਰਾਗ ਅਤੇ ਦਵੈਸ਼ ਦਾ ਸਮੂਲ ਨਾਸ਼। ਰਾਗ ਦਾ ਅਰਥ ਹੈ ਆਸਕਤੀ, ਪਕੜ। ਦਵੈਸ਼ ਦਾ ਅਰਥ ਹੈ ਬੈਰ। ਇਹਨਾਂ ਦੋਨਾਂ ਦਾ ਨਾਸ਼ ਕਰਨ ਲਈ
ਸਾਧੂ ਨੂੰ ਚਾਹੀਦਾ ਹੈ ਅਨੁਕੂਲ ਜਾਂ ਪ੍ਰਤੀਕੂਲ ਹਾਲਤ ਵਿੱਚ ਜੋ ਸੁੱਖ ਦੁੱਖ ਹੁੰਦਾ ਹੈ ਉਸ ਵਿੱਚ ਕਿਸੇ ਦੂਸਰੇ ਨੂੰ ਕਾਰਨ ਨਾ ਸਮਝੇ। ਦੂਸਰੇ ਨੂੰ ਸੁੱਖ ਦੁੱਖ ਦਾ ਕਾਰਨ ਮੰਨਣ ਨਾਲ ਉਸ ਵਿੱਚ ਅਸਕਤੀ, ਪਕੜ ਅਤੇ ਬੈਰ ਭਾਵ ਦਾ ਹੋਣਾ ਜ਼ਰੂਰੀ ਹੈ। ਜਦੋਂ ਤੱਕ ਮਨੁੱਖ ਦਾ ਕਿਸੇ ਵਿਅਕਤੀ ਜਾਂ ਵਸਤੂ ਨਾਲ ਰਾਗ ਦੁਵੇਸ਼ ਰਹਿੰਦਾ ਹੈ ਤਦ ਤੱਕ ਚਿੱਤ ਸ਼ੁੱਧ ਨਹੀਂ ਹੁੰਦਾ ਅਤੇ ਮਨ ਵਿੱਚ ਵਿਅਰਥ ਸੰਕਲਪ ਅਤੇ ਚਿੰਤਨ ਹੁੰਦਾ ਰਹਿੰਦਾ ਹੈ। ਅਸਲ ਵਿੱਚ ਜੇ ਦੇਖਿਆ ਜਾਵੇ ਤਾਂ ਸੁੱਖ ਦੁੱਖ ਦਾ ਕਾਰਨ ਤਾਂ ਕੀਤੇ ਹੋਏ ਸਾਡੇ ਚੰਗੇ ਜਾਂ ਬੁਰੇ ਕਰਮ ਹਨ, ਜਿਨ੍ਹਾਂ ਦੇ ਅਨੁਸਾਰ ਸਾਨੂੰ ਦੁੱਖ ਜਾਂ ਸੁੱਖ ਮਿਲਦਾ ਹੈ। ਦੂਸਰਾ ਕਾਰਨ ਭਗਵਾਨ ਦੀ ਕਿਰਪਾ ਹੈ। ਅਸੀਂ ਹਰ ਤਰ੍ਹਾਂ ਦੀ ਹਾਲਤ ਵਿੱਚ ਭਗਵਾਨ ਦੀ ਕਿਰਪਾ ਦਾ ਦਰਸ਼ਨ ਨਹੀਂ ਕਰਦੇ ਅਤੇ ਭਗਵਾਨ ਦੇ ਮੰਗਲਮਈ ਵਿਧਾਨ 'ਤੇ ਅਸੀਂ ਵਿਸ਼ਵਾਸ ਨਹੀਂ ਕਰਦੇ, ਪਰ ਭਗਤਾਂ ਸੁੱਖ ਸਮੱਗਰੀ ਲਈ ਭਗਵਾਨ ਦਾ ਧੰਨਵਾਦ ਕਰਦਾ ਹੈ ਅਤੇ ਇਸ ਵਿੱਚ ਉਹਦੀ ਕਿਰਪਾ ਹੀ ਸਮਝਦਾ ਹੈ ਅਤੇ ਦੁੱਖ ਵਿੱਚ ਵੀ ਉਹ ਖਿਆਲ ਕਰਦਾ ਹੈ ਕਿ ਦੁੱਖ ਵੀ ਪਰਮਾਤਮਾ ਨੇ ਮੈਨੂੰ ਆਪਣੇ ਵੱਲ ਖਿੱਚਣ ਲਈ ਭੇਜਿਆ ਹੈ ਤਾਂ ਕਿ ਸੁੱਖਾਂ ਵਿੱਚ ਫਸ ਕੇ ਉਹਨੂੰ ਭੁੱਲ ਨਾ ਜਾਵਾਂ। ਵਿਚਾਰਵਾਨ ਮਨੁੱਖ ਤਾਂ ਮੁਸੀਬਤ ਨੂੰ ਆਪਣੀ ਤਰੱਕੀ ਦਾ ਸਾਧਨ ਮੰਨਦਾ ਹੈ। ਇਸ ਤਰ੍ਹਾਂ ਭਗਤ ਤਾਂ ਹਰ ਗੱਲ ਵਿੱਚ ਪਰਮਾਤਮਾ ਦੀ ਕਿਰਪਾ ਦਾ ਹੀ ਦਰਸ਼ਨ ਕਰਦਾ ਹੈ। ਇਸ ਦੇ ਉਲਟ ਕਿਸੇ ਹੋਰ ਨੂੰ ਦੁੱਖ ਸੁੱਖ ਦਾ ਕਾਰਨ ਮੰਨ ਲੈਣ ਨਾਲ ਸਾਨੂੰ ਕਦੇ ਵੀ ਸ਼ਾਂਤੀ ਨਹੀਂ ਮਿਲ ਸਕਦੀ। ਅਸਕਤੀ ਅਤੇ ਸਵਾਰਥ ਨੂੰ ਲੈ ਕੇ ਜੋ ਕਿਸੇ ਨਾਲ ਪ੍ਰੇਮ ਹੁੰਦਾ ਹੈ ਉਹ ਪ੍ਰੇਮ ਨਹੀਂ, ਮੋਹ ਹੈ। ਇਸ ਲਈ ਉਹ ਮਮਤਾ ਜਿਸ ਵਿਅਕਤੀ ਜਾਂ ਵਸਤੂ ਵਿੱਚ ਹੁੰਦੀ ਹੈ ਉਸੇ ਵਿੱਚ ਰਹਿੰਦੀ ਹੈ, ਸਭ ਵਿੱਚ ਨਹੀਂ। ਪਰ ਜੋ ਦਵੈਸ਼ ਦਾ ਨਾਸ ਹੋਣ 'ਤੇ ਸਮਾਨ ਭਾਵ ਵਿੱਚ ਪ੍ਰੇਮ ਹੁੰਦਾ ਹੈ ਉਹ ਸ਼ੁੱਧ ਪ੍ਰੇਮ ਹੈ। ਉਸ ਵਿੱਚ ਕਿਸੇ ਤੋਂ ਕੁਝ ਲੈਣਾ ਨਹੀਂ ਹੁੰਦਾ। ਇਸ ਲਈ ਉਹ ਪ੍ਰੇਮ ਦੇਖਣ ਵਿੱਚ ਲੋਕਾਂ ਦੇ ਨਾਲ ਹੋਣ 'ਤੇ ਵੀ ਅਸਲ ਭਗਵਾਨ ਨਾਲ ਹੀ ਹੁੰਦਾ ਹੈ। ਇਸ ਪ੍ਰਕਾਰ ਜਦ ਸਾਧਕ ਦਾ ਕਿਸੇ ਨਾਲ ਬੈਰ ਭਾਵ ਜਾਂ ਦਵੈਸ਼ ਨਹੀਂ ਰਹਿੰਦਾ ਤਦ ਸਭ ਵਿੱਚ ਸਮਾਨ ਭਾਵ ਨਾਲ ਪ੍ਰੇਮ ਹੋ ਜਾਂਦਾ ਹੈ। ਇਸ ਤਰ੍ਹਾਂ ਜਦ ਸਾਧਕ ਸੁੱਖ ਦੁੱਖ ਦਾ ਕਾਰਨ ਦੂਸਰੇ ਨੂੰ ਨਾ ਮੰਨ ਕੇ ਪਰਾਰਬਧ ਜਾਂ ਭਗਵਾਨ ਨੂੰ ਮੰਨ ਲੈਂਦਾ ਹੈ ਤਾਂ ਉਸ ਨੂੰ ਪ੍ਰਤੀਕੂਲ ਜਾਂ ਅਨੁਕੂਲ ਹਾਲਤ ਵਿੱਚ ਭੇਦ ਭਾਵ ਨਹੀਂ ਰਹਿੰਦਾ ਅਤੇ ਉਸ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਜਦ ਤੱਕ ਸਾਧਕ ਆਪਣੇ ਸੁੱਖ ਦਾ ਕਾਰਨ ਆਪਣੇ ਤੋਂ ਅਲੱਗ ਕਿਸੇ ਹੋਰ ਵਿਅਕਤੀ ਜਾਂ ਵਸਤੂ ਜਾਂ ਹਾਲਾਤ ਨੂੰ ਮੰਨਦਾ ਹੈ ਤਦ ਤੱਕ ਰਾਗ ਦਵੇਸ਼ ਦਾ ਅੰਤ ਨਹੀਂ ਹੁੰਦਾ। ਕਹਿੰਦੇ ਨਾ ਕਿ ਬਾਬਾ ਹਰਨਾਮ ਸਿੰਘ ਜਿਹੜੇ ਕਿਲੇ ਵਾਲੇ ਸੀ, ਉਹ ਕਿਸੇ ਨੇ ਉੱਥੇ ਬਾਬਾ ਪ੍ਰਤਾਪ ਸਿੰਘ ਕੋ ਨਾਮ ਧਰੀਏ ਮਹਾਂਪੁਰਖੋਂ ਸ਼ਿਕਾਇਤ ਕੀਤੀ ਕਿ ਬਾਬਿਆਂ ਨੇ ਮਜ਼੍ਹਬੀ ਨਾਲ ਰਲਾ ਲਾਇਆ। ਹਾਂਜੀ, ਉਹ ਉੱਥੇ ਆ ਗਏ। ਜਿਹੜੇ ਉੱਥੇ ਆਏ ਅਤੇ ਕਹਿਣ ਲੱਗੇ ਤੁਸੀਂ ਮਜ਼੍ਹਬੀ ਨਾਲ ਰਲਾ ਲਾਇਆ। ਅਤੇ ਉੱਥੇ ਕੋਈ ਪੱਕੇ ਜਿਹੇ ਰੰਗ ਵਾਲਾ ਉਹਨੇ ਕਿਹਾ ਵੀ ਮਜ਼੍ਹਬੀ ਹੋਣਾ, ਅਤੇ ਬਾਬੇ ਹਰਨਾਮ ਸਿੰਘ ਨੇ ਉਹਨੂੰ ਮੱਥਾ ਟੇਕਿਆ, ਮਜ਼੍ਹਬੀਆ ਤੂੰ ਧੰਨਿਆ ਵੀ ਤੇਰੇ ਬਹਾਨੇ ਬਾਬਾ ਪ੍ਰਤਾਪ ਸਿੰਘ ਤਾਂ ਸਾਨੂੰ ਦਰਸ਼ਨ ਦੇਣ ਆ ਗਏ। ਕਹਿੰਦੇ ਚਲੋ ਚਲੀਏ, ਤਾਂ ਸਮ ਦ੍ਰਿਸ਼ਟੀ ਵਾਲੇ ਹੋ ਗਏ, ਬ੍ਰਹਮ ਗਿਆਨੀ ਬਣ ਗਏ। ਜਦ ਤੱਕ ਸਾਧਕ ਆਪਣੇ ਸੁੱਖ ਦਾ ਕਾਰਨ ਆਪਣੇ ਤੋਂ ਅਲੱਗ ਕਿਸੇ ਹੋਰ ਵਿਅਕਤੀ ਜਾਂ ਵਸਤੂ ਜਾਂ ਹਾਲਾਤ ਨੂੰ ਮੰਨਦਾ ਹੈ ਤਦ ਤੱਕ ਰਾਗ ਦਵੇਸ਼ ਦਾ ਅੰਤ ਨਹੀਂ ਹੁੰਦਾ ਅਤੇ ਜਦ ਤੱਕ ਰਾਗ ਦਵੇਸ਼ ਦਾ ਅੰਤ ਨਹੀਂ ਹੁੰਦਾ ਤਦ ਤੱਕ ਕਾਮਨਾ ਰਹਿਤ ਨਹੀਂ ਹੋ ਸਕਦਾ ਅਤੇ ਜਦ ਤੱਕ ਕਾਮਨਾ ਰਹਿਤ ਨਹੀਂ ਹੁੰਦਾ ਉਸ ਵਿੱਚ ਸ਼ੁੱਧ ਪ੍ਰੇਮ ਨਹੀਂ ਹੁੰਦਾ। ਚਿੱਤ ਸ਼ੁੱਧੀ ਲਈ ਜ਼ਰੂਰੀ ਹੈ ਮਨੁੱਖ ਕਿਸੇ ਦਾ ਰਿਣੀ ਨਾ ਰਹੇ, ਕਿਉਂਕਿ ਸ਼ੁੱਧ ਪ੍ਰੇਮ ਵੀ ਉਸੇ ਨੂੰ ਹੀ ਕਹਿੰਦੇ ਹਨ ਜਿਸ ਵਿੱਚ ਲੈਣਾ ਕੁਝ ਨਾ ਹੋਵੇ, ਦੇਣਾ ਹੀ ਦੇਣਾ ਹੁੰਦਾ ਹੈ। ਤੀਮ ਆਪਣੇ ਗੁਣਾਂ ਦੇ ਅਭਿਮਾਨ ਦਾ ਤਿਆਗ। ਚਿੱਤ ਦੀ ਅਸ਼ੁੱਧੀ ਦੇ ਅਨੇਕ ਕਾਰਨ ਹਨ ਅਤੇ ਅਨੇਕਾਂ ਹੀ ਉਪਾਅ ਹਨ। ਚਿੱਤ ਦੀ ਅਸ਼ੁੱਧੀ ਦਾ ਵੱਡਾ ਕਾਰਨ ਹੰਕਾਰ ਹੈ। ਹੰਕਾਰ ਉਸ ਨੂੰ ਕਹਿੰਦੇ ਹਨ ਜਿਸ ਨਾਲ ਮਨੁੱਖ ਕਿਸੇ ਤਰ੍ਹਾਂ ਦੇ ਗੁਣ ਦੇ ਨਾਲ ਆਪਣੀ ਏਕਤਾ ਕਰਕੇ ਆਪਣੇ ਆਪ ਨੂੰ ਦੂਸਰੇ ਨਾਲੋਂ ਉੱਤਮ ਸਮਝਣ ਲੱਗਦਾ। ਇਹ ਹੰਕਾਰ ਹੈ ਨਾ, ਮੈਂ ਚੰਗਾ ਹਾਂ, ਦੂਆ ਤਾਂ ਕੁਛ ਵੀ ਨਹੀਂ। ਆਪ ਸਵਦੀਰ ਕਰ ਮੰਨਣਾ, ਦੂਏ ਨੂੰ ਕਹਿਣਾ ਵੀ ਕੁਛ ਵੀ ਨਹੀਂ ਹੈ। ਇਹ ਹੰਕਾਰ ਕਾਰਨ ਮਨੁੱਖ ਜਿਨ੍ਹਾਂ ਵਿੱਚ ਉਸ ਗੁਣ ਦੀ ਕਮੀ ਦੇਖਦਾ ਹੈ ਉਹਨਾਂ ਨੂੰ ਨੀਵੇਂ ਸਮਝ ਕੇ ਉਹਨਾਂ ਨਾਲ ਘੇਰਣਾ ਕਰਨ ਲੱਗ ਜਾਂਦਾ ਹੈ ਅਤੇ ਜਿਨ੍ਹਾਂ ਵਿੱਚ ਆਪਣੇ ਤੋਂ ਵੱਧ ਗੁਣ ਦਿਖਦਾ ਹੈ ਉਹਨਾਂ ਨਾਲ ਈਰਖਾ ਕਰਨ ਲੱਗ ਜਾਂਦਾ ਹੈ। ਇਸ ਤਰ੍ਹਾਂ ਘੇਰਨਾ ਅਤੇ ਈਰਖਾ ਦੇ ਕਾਰਨ ਉਹਦਾ ਚਿੱਤ ਅਸ਼ੁੱਧ ਹੋ ਜਾਂਦਾ ਹੈ। ਇਸ ਲਈ ਕਹਿੰਦੇ ਹਨ ਕਿ ਹੰਕਾਰੀ ਜੋਗੀ ਨਾਲੋਂ ਪਸ਼ਚਾਤਾਪ ਕਰਨ ਵਾਲਾ ਪਾਪੀ ਚੰਗਾ ਹੈ। ਕਬੀਰ ਸਾਹਿਬ ਕਹਿੰਦੇ ਨਾ ਕਿ ਪਾਪੀ ਕੋ ਦੋਜਕ ਨਹੀਂ, ਧਰਮੀ ਦੋਜਕ ਜਾਏ। ਉਹ ਹੰਕਾਰ ਕਰਦਾ ਨਾ
ਪਾਪੀ 'ਚ ਫਿਰ ਨਿਮਰਤਾ ਆ ਜਾਂਦੀ, ਮਹਾਰਾਜ ਮੈਂ ਪਾਪੀ, ਮੈਨੂੰ ਬਖਸ਼ ਦਿਓ। ਪਾਸ਼ਚਾਤਾਪ ਕਰਨ ਨਾਲ ਪਾਪੀ ਚੰਗਾ ਹੈ, ਕਿਉਂਕਿ ਚੰਗਿਆਈ ਦਾ ਹੰਕਾਰ ਵੀ ਬੁਰਾਈ ਦਾ ਮੂਲ ਹੈ। ਗੁਣ ਦੇ ਅਭਿਮਾਨੀ ਨੂੰ ਦੂਸਰਿਆਂ ਵਿੱਚ ਦੋਸ਼ ਹੀ ਦੋਸ਼ ਦੇਖਦੇ ਹਨ, ਇਸ ਲਈ ਉਹ ਆਪਣੇ ਦੋਸ਼ਾਂ ਨੂੰ ਨਹੀਂ ਦੇਖਦਾ, ਅਤੇ ਇਸ ਲਈ ਉਹਦੇ ਦੋਸ਼ ਮਨ ਵਿੱਚ ਘਰ ਕਰ ਜਾਂਦੇ ਹਨ। ਇਸ ਲਈ ਸਾਧੂ ਨੂੰ ਚਾਹੀਦਾ ਹੈ ਆਪਣੇ ਦੋਸ਼ ਦੇਖੇ, ਕਿਉਂਕਿ ਆਪਣੇ ਗੁਣਾਂ ਦਾ ਹੰਕਾਰ ਹੀ ਚਿੱਤ ਦੀ ਅਸ਼ੁੱਧੀ ਦਾ ਕਾਰਨ ਹੈ। ਅਤੇ ਬਾਬੇ ਨਸਲਪੁਰ ਵਾਲਿਆਂ ਕੋਲ ਬਾਬਾ ਅਜੀਤ ਸਿੰਘ ਕੋਲ ਪ੍ਰੀਤਮ ਸਿੰਘ ਸੀਗੇ, ਉਹ ਦੂਜੇ ਸੇਵਾਦਾਰ ਕਹਿੰਦੇ ਵੀ ਤੂੰ ਚਲੇ ਜਾ, ਤੇਰੇ 'ਚ ਗਲਤੀ ਹੈ। ਉਹ ਬਾਬਾ ਜੀ ਨੂੰ ਮੱਥਾ ਟੇਕਿਆ, ਕਹਿੰਦੇ ਮਹਾਰਾਜ ਛੁੱਟੀ ਦਿਓ। ਕਹਿੰਦੇ ਕੀ ਗੱਲ? ਕਹਿੰਦੇ ਫਲਾਣੇ ਨੂੰ ਮੈਨੂੰ ਕਿਹਾ ਤੇਰੇ 'ਚ ਔਗਣ ਨਿਕਲ ਜਾ। ਬਾਬਾ ਜੀ ਕਹਿੰਦੇ ਇਹਨੂੰ ਆਪਣੇ ਔਗਣ ਭੁੱਲ ਗਏ ਜਿੱਦਣ ਅੱਡ ਪਾਉਂਦਾ ਸੀ, ਅਤੇ ਸਾਨੂੰ ਨਹੀਂ ਗਿਆਨ। ਕਹਿੰਦੇ ਅਸੀਂ ਤਾਂ ਹੀ ਰੱਖਿਆ ਵੀ ਇਹਦਾ ਔਗਣ ਦੂਰ ਕੀਤਾ ਜਾਏ। ਅਤੇ ਇਸੇ ਤਰ੍ਹਾਂ ਉਹ ਮਹਾਂਪੁਰਖਾਂ ਨੂੰ ਕਿਸੇ ਨੇ ਸ਼ਿਕਾਇਤ ਕੀਤੀ, ਮਹਾਰਾਜ ਫਲਾਣੇ ਸੇਵਾਦਾਰ ਕੱਢ ਦਿਓ। ਉਹ ਕਹਿੰਦੇ ਬਈ ਇੱਕ ਨਾਮ ਵਿੱਚ ਹੈ ਨਹੀਂ। ਕਹਿੰਦੇ ਦੱਸੋ? ਹਾਂਜੀ। ਕਹਿੰਦੇ ਮੇਰਾ ਵੀ ਨਾਮ ਵਿੱਚ ਹੈ ਨਹੀਂ। ਕਹਿੰਦੇ ਤੁਸੀਂ ਤਾਂ ਮਾਲਕ ਆ। ਹਾਂਜੀ। ਕਹਿੰਦੇ ਮਾਲਕਾਂ ਦੇ ਮੈਨੂੰ ਪੁੱਛ ਕੇ ਲਿਸਟ ਬਣਾਈ ਹੈ। ਇਸ ਕਰਕੇ ਇਹ ਜਿਹੜੀਆਂ ਹੈਗੀਆਂ ਨਾ ਚੀਜ਼ਾਂ, ਜਿਹੜੇ ਵੱਡੇ ਪੁਰਸ਼ ਆ ਉਹਨਾਂ ਦੇ ਵਿੱਚ ਬੜੀ ਖਿਮਾ ਹੁੰਦੀ ਹੈ, ਨਿਮਰਤਾ ਹੁੰਦੀ ਹੈ। ਸੋ ਹੁਣ ਅਗਲਾ ਪ੍ਰਸੰਗ ਜਿਹੜੇ, ਕਿਉਂਕਿ ਬੜੇ ਸੂਖਮ ਵਿਚਾਰਾਂ ਹੈਗੀਆਂ, ਅਤੇ ਐਤਕੀਆਂ ਅਮਰੀਕਾ 'ਚ ਵੀ ਕੈਨੇਡਾ 'ਚ ਵੀ ਬਹੁਤ ਸਿੰਘ ਮਿਲੇ ਆ। ਕਹਿੰਦੇ ਮਹਾਰਾਜ ਫਿਰ ਅਸੀਂ ਇਹ ਰੋਜ਼ ਸੁਣਦੇ ਹਾਂ। ਅਤੇ ਇਹ ਹੁਣ ਗ੍ਰੰਥ ਹਰੇਕ ਫੜ ਕੇ ਪੜ੍ਹਦਾ ਨਹੀਂ। ਜਿਹੜੇ ਕਾਰੋਬਾਰੀ ਲੋਕ ਅੱਜ ਕੱਲ੍ਹ ਸਾਇੰਸ ਦੇ ਯੁੱਗ ਨਾਲ ਐਸੀਆਂ ਚੀਜ਼ਾਂ ਬਣ ਗਈਆਂ, ਉਹ ਆਪਣਾ ਕਾਰੋਬਾਰ ਕਰਦੇ ਵੀ ਸੁਣਦੇ ਰਹਿੰਦੇ ਆ। ਸੋ ਇਸ ਕਰਕੇ ਇਹ ਹੁਣ ਜਿਹੜਾ ਨਾਲ ਰਿਕਾਰਡ ਕਰਦੇ ਆ, ਇਹਦੇ ਨਾਲ ਜਿਹੜੇ ਅਭਿਆਸੀ ਬੰਦੇ ਆ ਉਹ ਆਪਣਾ ਕਾਰੋਬਾਰ ਕਰਦੇ ਵੀ ਸੁਣ ਕੇ ਲਾਭ ਲੈ ਸਕਦੇ ਆ, ਤਾਂ ਰਿਕਾਰਡਿੰਗ ਕਰਦੇ ਆ। ਗ੍ਰੰਥ ਤਾਂ ਛਪਾਇਆ ਸੀ, ਪਰ ਜੇ ਕੋਈ ਪੜ੍ਹੂਗਾ ਉਹ ਲਾਭ ਲਊ। ਸੁਣਨ ਦੇ ਵਿੱਚ ਜ਼ਿਆਦਾ ਅੱਜ ਕੱਲ੍ਹ ਹੁਣ ਐਸੀਆਂ ਚੀਜ਼ਾਂ ਬਣ ਗਈਆਂ, ਜਿੱਥੇ ਮਰਜ਼ੀ ਉਹ ਸੁਣ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।